ਜੇਕਰ ਤੁਸੀਂ ਵੀ ਇਮੀਗ੍ਰੇਸ਼ਨ ਸਲਾਹਕਾਰ ਹੋ ਜਾਂ ਵੀਜ਼ਾ ਐਕਸਪਰਟ ਹੋ, ਤੁਸੀਂ ਵੀ ਸਾਡੇ ਸ਼ੋਅ ਦੇ ਵਿੱਚ ਪਾਰਟਿਸਿਪੇਟ ਕਰਨਾ ਚਾਹੁੰਦੇ ਹੋ ਤਾਂ ਸਾਨੂੰ ਕਾਲ ਕਰ ਸਕਦੇ ਹੋ। ਨੰਬਰ ਹੈ 9914400369। ਨੰਬਰ ਇੱਕ ਵਾਰ ਫਿਰ ਤੋਂ ਨੋਟ ਕਰ ਲਓ, 9914400369। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡੇ ਨਾਲ ਦਿਵਿਆ ਨੇਜਾ ਤੇ ਲੈਂਡਮਾਰਕ ਇਮੀਗ੍ਰੇਸ਼ਨ ਦੇ ਇਸ ਖਾਸ ਸ਼ੋਅ ਦੇ ਵਿੱਚ ਤੁਹਾਡਾ ਤਹਿ ਦਿਲੋਂ ਸਵਾਗਤ ਹੈਗਾ। ਹਰ ਇੱਕ ਸਟੂਡੈਂਟ ਦਾ ਨਾ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਇੱਕ ਸੁਪਨਾ ਬਣ ਚੁੱਕਿਆ ਹੈ ਕਿ ਅਬਰੋਡ ਜਾ ਕੇ ਐਜੂਕੇਸ਼ਨ ਪੂਰੀ ਕਰਨੀ ਹੈਗੀ ਹੈ, ਉੱਥੇ ਜਾ ਕੇ ਆਪਣਾ ਕਰੀਅਰ ਬਣਾਉਣਾ, ਉੱਥੇ ਜਾ ਕੇ ਫਿਊਚਰ ਦੇਖਣਾ ਹੈ। ਸੋ ਜੇ ਤੁਸੀਂ ਇਹ ਸ਼ੋਅ ਦੇਖਦੇ ਪਏ ਹੋ ਨਾ, ਹੋਰ ਤੁਸੀਂ ਇਹ ਸੁਪਨਾ ਦੇਖਦੇ ਹੋ ਤਾਂ ਇਸ ਸ਼ੋਅ ਨੂੰ ਮਿਸ ਆਊਟ ਨਾ ਕਰਿਓ। ਇਸ ਸ਼ੋਅ ਦੇ ਰਾਹੀਂ ਅੱਜ ਆਪਾਂ ਤੁਹਾਨੂੰ ਕਾਫੀ ਹੱਦ ਤੱਕ ਇਨਫੋਰਮੇਸ਼ਨ ਦੇਣ ਵਾਲੇ ਹਾਂ, ਤੁਹਾਡੀ ਕੁਐਰੀਜ਼ ਸੋਲਵ ਕਰਾਂਗੇ, ਕਾਫੀ ਤੁਹਾਡੇ ਦਿਮਾਗ ਦੇ ਵਿੱਚ ਜਿਹੜੇ ਸਵਾਲ ਉੱਠਦੇ ਨੇ ਬਾਹਰ ਜਾਣ ਨੂੰ ਲੈ ਕੇ, ਉਹਨਾਂ ਚੀਜ਼ਾਂ ਨੂੰ ਲੈ ਕੇ ਆਪਾਂ ਤੁਹਾਨੂੰ ਕਲੈਰਿਟੀ ਦੇਵਾਂਗੇ। ਹੋਰ ਜਿੱਦਾਂ ਕਿ ਤੁਸੀਂ ਜਾਣਦੇ ਹੋ, ਲੈਂਡਮਾਰਕ ਇਮੀਗ੍ਰੇਸ਼ਨ ਇੱਕ ਇੱਦਾਂ ਦਾ ਅਵਾਰਡਡ ਬ੍ਰਾਂਡ ਹੈਗਾ ਆ ਜਿਹਨੂੰ ਆਪਾਂ ਕਹਿ ਸਕਦੇ ਹਾਂ ਮੋਸਟ ਅਵਾਰਡਡ ਕੰਪਨੀ ਹੈਗਾ, ਵਨ ਆਫ ਦਾ ਟਰਸਟਡ ਬ੍ਰਾਂਡ ਹੈਗਾ। ਇੱਥੇ ਆ ਕੇ ਜਿਹੜਾ ਵੀ ਬੱਚਾ ਪਾਸ ਆਊਟ ਹੋ ਕੇ ਜਾਂਦਾ ਆ ਅੱਗੇ, ਉਹ ਅੱਗੇ ਜਾ ਕੇ ਰეკਮੈਂਡ ਜ਼ਰੂਰ ਕਰਦਾ ਕਿ ਇੱਥੇ ਆ ਕੇ ਵਿਜ਼ਿਟ ਕਰਿਓ। ਸੋ ਜਿਹੜਾ ਇੰਨਾ ਕੁ ਟਰਸਟ ਬਣਾ ਚੁੱਕਿਆ ਹੈਗਾ ਇਹ ਬ੍ਰਾਂਡ, ਇਹਦਾ ਸ਼ੋਅ ਬਿਲਕੁਲ ਮਿਸ ਨਾ ਕਰਿਓ। ਯੂ ਨੈਵਰ ਨੋ ਤੁਹਾਡੇ ਲਈ ਕਿਹੜਾ ਪੁਆਇੰਟ ਸਭ ਤੋਂ ਇੰਪੋਰਟੈਂਟ ਰਹੇਗਾ। ਇਹਨਾਂ ਦੇ ਨੰਬਰ ਪੂਰੇ ਸ਼ੋਅ ਦੇ ਦੌਰਾਨ ਤੁਹਾਡੇ ਟੀਵੀ ਸਕਰੀਨਸ ਉੱਤੇ ਫਲੈਸ਼ ਕਰਨਗੇ, ਉਹਨਾਂ ਨੰਬਰਸ ਨੂੰ ਵੀ ਤੁਸੀਂ ਨੋਟ ਕਰ ਸਕਦੇ ਹੋ। ਅਤੇ ਤੁਹਾਡੇ ਨਾਲ ਗੱਲਬਾਤ ਕਰਨ ਦੇ ਲਈ, ਤੁਹਾਡੇ ਤੱਕ ਸਾਰੀ ਇਨਫੋਰਮੇਸ਼ਨ ਪਹੁੰਚਾਉਣ ਦੇ ਲਈ ਇਹਨਾਂ ਦੇ ਵਨ ਆਫ ਦਾ ਬੈਸਟ ਐਕਸਪਰਟ ਆਪਾਂ ਲੈ ਕੇ ਆਏ ਹਾਂ। ਚਲੋ ਆਓ ਫਿਰ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਵਾਗਤ ਕਰਦੇ ਹਾਂ ਜਸਮੀਤ ਜੀ ਦਾ, ਬਹੁਤ ਬਹੁਤ ਸਵਾਗਤ ਹੈ ਸਰ। ਸਤਿ ਸ਼੍ਰੀ ਅਕਾਲ ਸਰ, ਸਭ ਤੋਂ ਪਹਿਲਾਂ ਤਾਂ ਕੰਗ੍ਰੈਚੁਲੇਸ਼ਨਸ। ਪਿਛਲੇ ਕਈ ਟਾਈਮ ਤੋਂ ਬਹੁਤ ਹੀ ਘੱਟ ਦਿਨਾਂ ਦੇ ਵਿੱਚ 125 ਤੋਂ ਜ਼ਿਆਦਾ ਤੁਹਾਡੇ ਵੀਜ਼ਾ ਆ ਚੁੱਕੇ ਨੇ। ਇੰਨਾ ਪੋਜ਼ਿਟਿਵ ਸਕਸੈਸ ਰੇਟ ਕਿੱਦਾਂ ਅਚੀਵ ਕੀਤਾ ਹੈ ਲੈਂਡਮਾਰਕ ਨੇ? ਸੋ ਲਾਸਟ ਵੀਕ 'ਚ ਜੇ ਸਟੂਡੈਂਟਸ ਮੇਰੇ YouTube ਚੈਨਲ ਤੇ ਜਾਣ, ਸੋ 125 ਵੀਜ਼ਾ ਸਟੈਂਪ ਹੋ ਕੇ ਆ ਚੁੱਕੇ ਨੇ, ਔਰ ਇਸ ਵੀਕ 'ਚ ਵੀ ਬਹੁਤ ਸਾਰੇ ਪਾਸਪੋਰਟ ਸਟੈਂਪ ਹੋਣ ਦੀ ਪੂਰੀ ਉਮੀਦ ਹੈਗੀ ਹੈ। ਔਰ ਇਸ ਵੀਡੀਓ ਦੇ ਦੌਰਾਨ ਵੀ ਤੁਸੀਂ ਟੈਸਟੀਮੋਨੀਅਲਸ ਦੇਖੋਗੇ ਜ਼ਰੂਰ ਸਟੂਡੈਂਟਸ ਦੇ। ਸੋ ਸਟੂਡੈਂਟਸ ਬਹੁਤ ਦੇਰ ਤੋਂ ਜਿਹੜੇ ਵੇਟ ਕਰ ਰਹੇ ਸੀ, ਮੈਂ ਉਹਨਾਂ ਨੂੰ ਕਹਿ ਰਿਹਾ ਸੀ ਕਿ ਥੋੜ੍ਹਾ ਜਿਹਾ ਆਪਾਂ ਪੋਜ਼ੀਟਿਵ ਰਹਿਣਾ ਔਰ ਪੇਸ਼ੈਂਟ ਰਹਿਣਾ, ਔਰ ਸਾਰੇ ਹੀ ਸਟੂਡੈਂਟਸ ਦੇ ਬਹੁਤ ਜ਼ਿਆਦਾ ਪੋਜ਼ੀਟਿਵ ਰਿਜ਼ਲਟਸ ਆ ਰਹੇ ਨੇ। ਸੋ ਅੱਜ ਵੀ ਅਸੀਂ ਮੋਰ ਦੈਨ 35 ਪਾਸਪੋਰਟਸ ਸਬਮਿਟ ਕੀਤੇ ਆ ਵੀਜ਼ਾ ਸਟੈਂਪਿੰਗ ਲਈ, ਐਂਡ ਬਹੁਤ ਜਲਦੀ ਉਹਨਾਂ ਦੇ ਵੀ ਵੀਜ਼ਾ ਸਟੈਂਪ ਹੋ ਕੇ ਆ ਜਾਣਗੇ ਔਰ ਤੁਹਾਡੇ ਨਾਲ ਸ਼ੇਅਰ ਕਰਾਂਗੇ। ਸੋ ਬਹੁਤ ਸਾਰੇ ਸਟੂਡੈਂਟਸ ਅੱਜ ਦੀ ਡੇਟ 'ਚ ਇਹ ਵੀ ਸੋਚ ਕੇ ਬੜੇ ਨਿਰਾਸ਼ ਹੈ ਕਿ ਕਈਆਂ ਦੇ ਰਿਜ਼ਲਟਸ ਨਹੀਂ ਆ ਰਹੇ ਔਰ ਦੂਜਿਆਂ ਦੇ ਆ ਰਹੇ ਆ। ਸੋ ਮੈਂ ਉਹਨਾਂ ਨੂੰ ਵੀ ਇਹ ਐਡ ਕਰਨਾ ਚਾਹਾਂਗਾ ਕਿ ਪੋਜ਼ੀਟਿਵ ਰਹੋ, ਔਰ ਬਹੁਤ ਜ਼ਿਆਦਾ ਉਮੀਦ ਹੈ ਕਿ 31 ਮਾਰਚ ਤੋਂ ਪਹਿਲਾਂ ਬਹੁਤ ਜ਼ਿਆਦਾ ਰਿਜ਼ਲਟਸ ਦਿੱਤੇ ਜਾਣਗੇ ਕੈਨੇਡੀਅਨ ਹਾਈ ਕਮਿਸ਼ਨ ਵੱਲੋਂ। ਉਸ ਰਹੀ ਗੱਲ ਪੋਜ਼ੀਟਿਵਿਟੀ ਦੀ ਔਰ ਬੈਟਰ ਵੀਜ਼ਾ ਸਕਸੈਸ ਰੇਟ ਦੀ, ਸੋ ਮੈਂ ਸਾਰੇ ਸਟੂਡੈਂਟਸ ਨੂੰ ਕਹਿਣਾ ਚਾਹਾਂਗਾ ਕਿ ਜਿਹੜਾ ਆਪਣਾ ਕੋਰਸ, ਕਾਲਜ, ਸਿਟੀ, ਇਹ ਬਹੁਤ ਜ਼ਿਆਦਾ ਇੰਪੋਰਟੈਂਟ ਰੋਲ ਪਲੇ ਕਰਦਾ ਜਦੋਂ ਤੁਸੀਂ ਆਪਣਾ ਵੀਜ਼ਾ ਅਪਲਾਈ ਕਰਦੇ ਹੋ। ਐਂਡ ਜਦੋਂ ਵੀ ਤੁਸੀਂ ਕੰਸਲਟੈਂਟ ਚੂਜ਼ ਕਰਦੇ ਹੋ ਤਾਂ ਅਸੈਸਮੈਂਟ ਕਰਾਉਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਆਪਣੀ ਪ੍ਰੋਫਾਈਲ ਦੀ। ਸੋ ਜੇ ਪ੍ਰੋਫਾਈਲ ਦੀ ਅਸੈਸਮੈਂਟ ਤੋਂ ਬਿਨਾਂ ਤੁਸੀਂ ਸਟੂਡੈਂਟ ਵੀਜ਼ਾ ਅਪਲਾਈ ਕਰਦੇ ਹੋ ਤਾਂ ਕਈ ਵਾਰੀ ਸਾਨੂੰ ਰਿਫਿਊਜ਼ਲ ਦਾ ਸਾਹਮਣਾ ਕਰਨਾ ਪੈ ਜਾਂਦਾ। ਬਟ ਫਿਰ ਵੀ ਜੇ ਮੈਂ ਕਹਾਂ ਕਿ ਰਿਫਿਊਜ਼ਲ ਵਾਲੇ ਸਟੂਡੈਂਟਸ ਨੂੰ ਬਿਲਕੁਲ ਨਿਰਾਸ਼ ਨਹੀਂ ਹੋਣਾ ਚਾਹੀਦਾ, ਕਿਉਂਕਿ ਸੈਕਿੰਡ ਟਾਈਮ ਵੀ ਬਹੁਤ ਸਾਰੇ ਸਟੂਡੈਂਟਸ ਨੂੰ ਵੀਜ਼ਾ ਮਿਲਦਾ, ਥਰਡ ਟਾਈਮ ਵੀ ਬਹੁਤ ਸਾਰੇ ਸਟੂਡੈਂਟਸ ਨੂੰ ਵੀਜ਼ਾ ਮਿਲਦਾ। ਬਟ ਕਿਤੇ ਨਾ ਕਿਤੇ ਕੁਛ ਨਾ ਕੁਛ ਸਾਨੂੰ ਜ਼ਰੂਰ ਆਪਣੀ ਫਾਈਲ 'ਚ ਅਸੈਸਮੈਂਟ ਚੰਗੀ ਤਰ੍ਹਾਂ ਕਰਕੇ ਹੀ ਲਗਾਉਣੀ ਚਾਹੀਦੀ ਹੈ। ਜੇ ਅਸੀਂ ਅਣਗਹਿਲੀ ਕਰ ਬੈਠਦੇ ਹਾਂ, ਕਿਸੇ ਦੋਸਤ ਦੇ ਕਹੇ 'ਤੇ ਆਪਣੀ ਫਾਈਲ ਲਵਾ ਦਿੰਦੇ ਹਾਂ, ਜਾਂ ਕਈ ਵਾਰੀ ਕੋਈ ਕਾਲਜ ਜਾਂ ਜੋ ਵੀ ਤੁਹਾਨੂੰ ਸੁਜੈਸਟ ਕੀਤਾ ਜਾਂਦਾ ਪਹਿਲੀ ਵਾਰੀ ਸੁਣ ਕੇ ਅਸੀਂ ਐਕਸਾਈਟ ਹੋ ਜਾਂਦੇ ਹਾਂ ਔਰ ਉਸੇ ਕਾਲਜ 'ਚ ਅਪਲਾਈ ਕਰ ਦਿੰਦੇ ਹਾਂ, ਜਾਂ ਕਈ ਵਾਰੀ ਅਸੀਂ ਅਪਲਾਈ ਕਰਦੇ ਹਾਂ ਕਿਸੇ ਪ੍ਰਾਈਵੇਟ ਕਾਲਜ 'ਚ ਅਪਲਾਈ ਕਰ ਦਿੰਦੇ ਹਾਂ, ਬਿਲਕੁਲ ਰਿਸਰਚ ਨਹੀਂ ਕਰਦੇ ਕਿ ਕਿੱਥੇ ਸਾਡੀ ਫਾਈਲ ਲੱਗ ਸਕਦੀ ਹੈ ਕਿ ਨਹੀਂ ਲੱਗ ਸਕਦੀ, ਜਾਂ ਸਾਡਾ ਵੀਜ਼ਾ ਚਾਂਸ ਹੈਗਾ ਹੈ ਕਿ ਨਹੀਂ ਹੈਗਾ। ਸੋ ਇਹਨਾਂ ਜਿਹੜੀਆਂ ਛੋਟੀਆਂ ਜਿਹੜੀਆਂ ਕਹਿੰਦੇ ਕਿ ਮਿਸਗਾਈਡੈਂਸ ਕਰਕੇ ਸਾਨੂੰ ਰਿਫਿਊਜ਼ਲ ਦਾ ਸਾਹਮਣਾ ਕਰਨਾ ਪੈ ਜਾਂਦਾ। ਜੀ ਬਿਲਕੁਲ। ਅਤੇ ਇਹਨਾਂ ਦੇ ਨੰਬਰ ਤੁਸੀਂ ਨੋਟ ਜ਼ਰੂਰ ਕਰ ਲਿਓ ਜਿਹੜੇ ਤੁਹਾਡੇ ਟੀਵੀ ਸਕਰੀਨਸ ਦੇ ਉੱਤੇ ਫਲੈਸ਼ ਕਰਦੇ ਪਏ ਨੇ, ਕਿਉਂਕਿ ਇਹ ਸ਼ੋਅ ਤੁਹਾਨੂੰ ਉਹ ਚੀਜ਼ਾਂ ਗਾਈਡ ਕਰੇਗਾ ਜਿਹੜੇ ਕਿਸੇ ਵੀ ਪਲੈਟਫਾਰਮ 'ਤੇ ਤੁਹਾਨੂੰ ਇਨਫੋਰਮੇਸ਼ਨ ਨਹੀਂ ਮਿਲੇਗੀ। ਹੋਰ ਲੈਂਡਮਾਰਕ ਇਮੀਗ੍ਰੇਸ਼ਨ, ਮੈਂ ਬਾਰ-ਬਾਰ ਇਸ ਲਈ ਨਾਮ ਲੈ ਰਹੀ ਹਾਂ ਕਿਉਂਕਿ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਨਾਰਥ ਇੰਡੀਆ ਦਾ ਸਭ ਤੋਂ ਵੱਡਾ ਬ੍ਰਾਂਡ, ਨੰਬਰ 1 ਬ੍ਰਾਂਡ ਇਹ ਬਣ ਚੁੱਕਿਆ ਹੈਗਾ। ਹੋਰ ਜੇ ਤੁਸੀਂ ਇੱਥੇ ਆ ਕੇ ਆਪਣੀ ਫਾਈਲ ਅਸੈਸ ਕਰਵਾਉਣਾ ਚਾਹੁੰਦੇ ਹੋ ਨਾ, ਦੇਰ ਨਾ ਕਰੋ। ਤੁਸੀਂ ਜਸਟ ਫਿਊ ਸਟੈਪਸ ਅਵੇ ਹੈਗੇ ਹੋ ਆਪਣੇ ਕਰੀਅਰ ਨੂੰ ਅਚੀਵ ਕਰਨ ਦੇ। ਸਰ, ਆਫ ਕੈਮਰਾ ਜਦ ਆਪਾਂ ਤੁਹਾਡੀ ਵੇਟ ਕਰਦੇ ਪਏ ਸੀਗੇ, ਮੈਂ ਬੜੇ ਸਾਰੇ ਸਟੂਡੈਂਟਸ ਦੇਖੇ ਤੁਹਾਡੇ ਆਫਿਸ ਦੇ ਬਾਹਰ ਜਿਹੜੇ ਕਿ ਬਹੁਤ ਖੁਸ਼ ਸੀਗੇ, ਰਿਫਿਊਜ਼ਲ ਤੋਂ ਬਾਅਦ ਉਹਨਾਂ ਦੇ ਵੀਜ਼ਾ ਆਏ ਹੋਏ ਸੀਗੇ। ਬਟ ਮੈਂ ਇੱਕ ਸਟੂਡੈਂਟ ਦਾ ਐਕਸਪੀਰੀਅੰਸ ਜਦ ਸੁਣਿਆ, ਉਹ ਕਹਿੰਦੇ ਕਿ ਮੇਰੇ 5.5 ਬੈਂਡ ਵੀ ਸੀਗੇ ਔਰ ਮੈਨੂੰ ਗਵਰਨਮੈਂਟ ਸਕੂਲ ਦੇ ਵਿੱਚ, ਮੈਨੂੰ ਗਵਰਨਮੈਂਟ ਕਾਲਜ ਦੇ ਵਿੱਚ ਮੈਨੂੰ ਮਿਲੀ ਐਡਮਿਸ਼ਨ। ਇਹ ਵਾਕਈ ਪੋਸੀਬਲ ਹੈਗਾ ਆ?
ਬਿਲਕੁਲ ਪੋਸੀਬਲ ਹੈ। ਅਸੀਂ ਜਦੋਂ ਇੱਕ ਮੋਡਿਊਲ 'ਚੋਂ 5.5 ਹੈ ਜਾਂ 2 ਮੋਡਿਊਲ 'ਚੋਂ 5.5 ਬੈਂਡ ਹੈਗੇ ਆ ਤੁਹਾਡੇ, ਤਾਂ ਬਹੁਤ ਸਾਰੇ ਗਵਰਨਮੈਂਟ ਕਾਲਜਿਸ ਹੈਗੇ ਆ ਜਿਹੜੇ ਤੁਹਾਨੂੰ ਐਕਸੈਪਟ ਕਰ ਰਹੇ ਨੇ। ਸੋ ਇੱਕ ਮੋਡਿਊਲ 'ਚੋਂ 5.5 ਬੈਂਡ ਵਾਲਿਆਂ ਦਾ ਵੀਜ਼ਾ ਸਕਸੈਸ ਰੇਟ ਇਜ਼ ਵੈਰੀ ਹਾਈ, ਵੇਅਰ ਐਜ਼ 2 ਮੋਡਿਊਲ 'ਚੋਂ 5.5 ਬੈਂਡ ਵਾਲਿਆਂ ਨੂੰ ਮੈਂ ਕਹਾਂਗਾ ਕਿ 50-50 ਚਾਂਸ ਹੈਗਾ ਵੀਜ਼ਾ ਦਾ। ਸੋ ਆਈ ਰਿਕਮੈਂਡ ਕਿ ਤੁਹਾਡੇ ਇੱਕ ਮੋਡਿਊਲ 'ਚੋਂ 5.5 ਬੈਂਡ ਹੋਣ, ਔਰ ਬਹੁਤ ਸਾਰੇ ਸਟੂਡੈਂਟਸ ਦਾ ਇੱਕ ਮੋਡਿਊਲ 'ਚੋਂ 5.5 ਬੈਂਡ ਤੇ ਵੀਜ਼ਾ ਲੱਗ ਕੇ ਆ ਰਹੇ ਨੇ, ਔਰ ਕਾਫੀ ਸਾਰੇ ਗਵਰਨਮੈਂਟ ਕਾਲਜਿਸ ਇੱਦਾਂ ਦੇ ਸਾਰੇ ਸਟੂਡੈਂਟਸ ਨੂੰ ਆਫਰ ਲੈਟਰਸ ਵੀ ਇਸ਼ੂ ਕਰ ਰਹੇ ਨੇ। ਸੋ ਜਦੋਂ ਅਸੀਂ ਕਈ ਵਾਰੀ ਕਿਸੇ ਐਸੇ ਜਗ੍ਹਾ ਜਾਂਦੇ ਆ ਜਿੱਥੇ ਉਹਨਾਂ ਦੇ ਡਾਇਰੈਕਟ ਟਾਈਪਸ ਨਹੀਂ ਹੁੰਦੇ ਗਵਰਨਮੈਂਟ ਕਾਲਜਿਸ ਦੇ ਨਾਲ, ਤਾਂ ਇੱਕ ਮੋਡਿਊਲ 'ਚੋਂ 5.5 ਬੈਂਡ ਵਾਲੇ ਸਟੂਡੈਂਟ ਨੂੰ 90% ਮੈਂ ਦੇਖਦਾ ਕਿ ਪ੍ਰਾਈਵੇਟ ਕਾਲਜ ਸੁਜੈਸਟ ਕਰ ਦਿੱਤਾ ਜਾਂਦਾ ਹੈ। ਸੋ ਜਦੋਂ ਪ੍ਰਾਈਵੇਟ ਕਾਲਜ ਸੁਜੈਸਟ ਕਰ ਦਿੱਤਾ ਜਾਂਦਾ ਤਾਂ ਸਟੂਡੈਂਟ ਨੂੰ ਰਿਫਿਊਜ਼ਲ ਆਉਣ ਦੇ ਵੀ ਚਾਂਸਸ ਥੋੜੇ ਜਿਹੇ ਵੱਧ ਜਾਂਦੇ ਨੇ। ਸੋ ਮੈਂ ਸਾਰੇ ਸਟੂਡੈਂਟਸ ਨੂੰ ਹਮੇਸ਼ਾ ਹੀ ਰਿਕਮੈਂਡ ਕਰਦਾ ਆਇਆ ਕਿ ਆਪਾਂ ਇੱਕ ਸਰਕਾਰੀ ਕਾਲਜ 'ਚ ਅਪਲਾਈ ਕਰੀਏ, ਤਾਂ ਕਿ ਤੁਹਾਡਾ ਜਿਹੜਾ ਭਵਿੱਖ ਹੈ ਉਹ ਖਰਾਬ ਨਾ ਹੋਏ, ਔਰ ਉੱਥੇ ਜਾ ਕੇ ਤੁਸੀਂ ਪੜ੍ਹਾਈ ਕਰਕੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਲੈ ਪਾਓ। ਸੋ ਇਸ ਟਾਈਮ ਤੇ ਦੇਖਣ ਨੂੰ ਮਿਲ ਰਿਹਾ ਕਿ ਕਾਫੀ ਸਾਰੇ ਕਿਊਬੈਕ ਦੇ ਕਾਲਜਿਸ ਜਿਨ੍ਹਾਂ ਤੇ ਆਡਿਟ ਲੱਗਾ ਸੀ, ਸੋ ਉਹਨਾਂ ਦੇ ਰਿਜ਼ਲਟਸ ਥੋੜੇ ਸਲੋ ਹੈਗੇ ਆ। ਸੋ ਮੈਂ ਸਾਰੇ ਸਟੂਡੈਂਟਸ ਨੂੰ ਕਹਾਂਗਾ ਕਿ ਰਾਈਟ ਨਾਓ ਯੂ ਹੈਵ ਟੂ ਬੀ ਪੇਸ਼ੈਂਟ, ਕਿਉਂਕਿ ਫੈਡਰਲ ਗਵਰਨਮੈਂਟ ਔਰ ਕਿਊਬੈਕ ਗਵਰਨਮੈਂਟ ਮਾਈਟ ਬੀ ਵਰਕਿੰਗ ਔਨ ਇਟ ਐਂਡ ਯੂ ਹੈਵ ਟੂ ਬੀ ਪੇਸ਼ੈਂਟ। ਦ ਫਾਈਨਲ ਜਿਹੜੀ ਕਾਲ ਹੈਗੀ ਆ ਉਹ ਜਲਦ ਤੋਂ ਜਲਦ ਤੁਹਾਨੂੰ ਮਿਲ ਸਕਦੀ ਹੈ ਕਿ ਕੀ ਬਣੇਗਾ ਕਿਊਬੈਕ ਵਾਲੇ ਸਟੂਡੈਂਟਸ ਨੂੰ, ਜਾਂ ਕਿੱਦਾਂ ਦੇ ਰਿਜ਼ਲਟਸ ਆਉਣਗੇ। ਬਿਕੋਜ਼ ਯੂ ਨੋ ਕਿਊਬੈਕ 'ਚ ਸਟੂਡੈਂਟਸ ਨੇ ਤਾਂ ਚੋਣ ਕੀਤੀ ਪ੍ਰਾਈਵੇਟ ਕਾਲਜਿਸ ਦੀ ਕਿ ਵਰਕ ਪਰਮਿਟ ਮਿਲ ਜਾਣਗੇ, ਪਰ ਕਿਤੇ ਨਾ ਕਿਤੇ ਸਟੂਡੈਂਟਸ ਇਹ ਜ਼ਰੂਰ ਭੁੱਲ ਗਏ ਕਿ ਸਾਨੂੰ ਇੱਥੋਂ ਕੀ ਕਹਿੰਦੇ ਆ ਪੜ੍ਹ ਕੇ ਵਰਕ ਪਰਮਿਟ ਲੈਣਾ ਹੈ ਜਾਂ ਪੜ੍ਹਾਈ ਕਰਨੀ ਕਿੰਨੀ ਇੰਪੋਰਟੈਂਟ ਹੈ। ਕਿਉਂਕਿ ਕਿਊਬੈਕ ਦੇ ਕਾਲਜਿਸ 'ਚ ਸਟੂਡੈਂਟਸ ਇਸ ਲਈ ਪੜ੍ਹਨ ਜਾਣਾ ਚਾਹੁੰਦੇ ਸੀ ਕਿਉਂਕਿ ਉੱਥੇ ਪੜ੍ਹਾਈ ਦੇ ਜਿਹਨੂੰ ਪੜ੍ਹਾਈ ਨੂੰ ਇੰਪੋਰਟੈਂਸ ਘੱਟ ਦਿੱਤੀ ਜਾ ਰਹੀ ਸੀ। ਸੋ ਮੈਂ ਸਾਰੇ ਸਟੂਡੈਂਟਸ ਨੂੰ ਫੇਰ ਦੁਬਾਰਾ ਇਹੀ ਐਡਵਾਈਸ ਕਰਨਾ ਚਾਹਾਂਗਾ ਕਿ ਜਿਹੜਾ ਪੜ੍ਹਾਈ ਕਰਨਾ ਕੰਮ ਹੈ, ਯਾਨੀ ਯੂ ਆਰ ਗੈਟਿੰਗ ਅ ਸਟੂਡੈਂਟ ਵੀਜ਼ਾ, ਸੋ ਯੂ ਹੈਵ ਟੂ ਫੋਲੋ ਆਲ ਦ ਰੂਲਸ ਐਂਡ ਰੈਗੂਲੇਸ਼ਨ ਆਫ ਅ ਸਟੂਡੈਂਟ ਵੀਜ਼ਾ। ਰਾਈਟ ਸਰ, ਤੁਸੀਂ ਜ਼ਿਆਦਾਤਰ ਜਿਹੜੇ ਸਟੂਡੈਂਟਸ ਨੂੰ ਐਮਫਸਾਈਜ਼ ਕਰਦੇ ਹੋ ਗਵਰਨਮੈਂਟ ਕਾਲਜ ਦੇ ਲਈ ਕਰਦੇ ਹੈਗੇ ਹੋ, ਕੋਈ ਖਾਸ ਰੀਜ਼ਨ ਹੈ ਕਿ ਪ੍ਰਾਈਵੇਟ ਕਾਲਜ ਨਾ ਗਾਈਡ ਕਰਦੇ ਹੋਏ ਤੁਸੀਂ ਗਵਰਨਮੈਂਟ ਕਾਲਜ ਗਾਈਡ ਕਰਦੇ ਹੋ? ਸੀ ਗਵਰਨਮੈਂਟ ਕਾਲਜ 'ਚ ਫਸਟ ਰੀਜ਼ਨ ਹੈਗਾ ਜੀ ਵੀਜ਼ਾ ਸਕਸੈਸ ਰੇਟ ਵਧੀਆ ਰਹਿੰਦਾ। ਗਵਰਨਮੈਂਟ ਕਾਲਜ 'ਚ ਜਿਹੜੀ ਪੜ੍ਹਾਈ ਨੂੰ ਇੰਪੋਰਟੈਂਸ ਹੈ ਕਦੀ ਵੀ ਇਗਨੋਰ ਨਹੀਂ ਕੀਤੀ ਜਾਏਗੀ। ਜਦੋਂ ਗਵਰਨਮੈਂਟ ਕਾਲਜ 'ਚ ਸਟੂਡੈਂਟ ਪੜ੍ਹਨ ਜਾਂਦਾ ਤਾਂ ਉਹਨੂੰ ਜੋ ਪੜ੍ਹਦਾ ਉਹਦਾ ਆਊਟਕਮ ਵੀ ਮਿਲਦਾ। ਸੋ ਕੱਲ੍ਹ ਨੂੰ ਜੇ ਤੁਸੀਂ ਅੱਛੀ ਪੜ੍ਹਾਈ ਕਰਦੇ ਹੋ ਤਾਂ ਕੱਲ੍ਹ ਨੂੰ ਤੁਹਾਨੂੰ ਜੌਬ ਵੀ ਅੱਛੀ ਮਿਲਦੀ ਹੈ। ਹੋਰ ਜੇ ਅਸੀਂ ਗਵਰਨਮੈਂਟ ਕਾਲਜ ਦੀ ਗੱਲ ਕਰੀਏ ਤਾਂ ਜਿਹੜੀ ਤੁਸੀਂ ਟਿਊਸ਼ਨ ਫੀ ਪੇ ਕਰਦੇ ਹੋ, ਸੋ ਖੁਦਾ ਨਾ ਖਾਸਤਾ ਤੁਹਾਨੂੰ ਰਿਫਿਊਜ਼ਲ ਆ ਜਾਂਦੀ ਹੈ, ਦੈਟ ਇਜ਼ ਸੇਫ। ਸੋ ਦੈਟ ਇਜ਼ 100% ਰਿਫੰਡੇਬਲ ਹੁੰਦੀ ਹੈ। ਉਹ 'ਚੋਂ ਜੋ ਐਡਮਿਨ ਚਾਰਜਰ $100-200 ਕੱਟ ਕੇ ਸਟੂਡੈਂਟ ਨੂੰ ਫੀਸ ਮੋੜ ਦਿੰਦੇ ਨੇ। ਸੋ ਵੇਅਰ ਐਜ਼ ਪ੍ਰਾਈਵੇਟ ਕਾਲਜ 'ਚ ਸਮਟਾਈਮਸ ਯੂ ਟੈਂਡ ਟੂ ਲੂਜ਼ ਯੋਰ ਫੀਸ ਮੋਰ, ਉਹ ਜ਼ਿਆਦਾ ਪੈਸੇ ਕੱਟਦੇ ਨੇ। ਸੋ ਇਹ ਸਾਰੀਆਂ ਚੀਜ਼ਾਂ ਨੂੰ ਧਿਆਨ 'ਚ ਰੱਖਣਾ ਚਾਹੀਦਾ ਜਦੋਂ ਅਸੀਂ ਕਿਸੇ ਵੀ ਕੰਟਰੀ ਦਾ ਸਟੂਡੈਂਟ ਵੀਜ਼ਾ ਅਪਲਾਈ ਕਰਦੇ ਹਾਂ, ਨਾ ਕਿ ਸਿਰਫ ਕੈਨੇਡਾ ਦਾ। ਰਾਈਟ, ਐਬਸੋਲੂਟਲੀ। ਮੈਂ ਇੱਕ ਵਾਰ ਫਿਰ ਤੁਹਾਨੂੰ ਸਾਰਿਆਂ ਨੂੰ ਯਾਦ ਕਰਵਾ ਦਵਾਂ, ਇਹਨਾਂ ਦੇ ਨੰਬਰ ਨੋਟ ਕਰਨਾ ਨਾ ਭੁੱਲਿਓ। ਲੈਂਡਮਾਰਕ ਇਮੀਗ੍ਰੇਸ਼ਨ ਇੱਕ ਇੱਦਾਂ ਦੀ ਡੈਸਟੀਨੇਸ਼ਨ ਤੁਹਾਡੇ ਲਈ ਬਣ ਸਕਦਾ ਜਿਹੜਾ ਕਿ ਤੁਹਾਡੀ ਲਾਈਫ ਚੇਂਜਿੰਗ ਐਕਸਪੀਰੀਅੰਸ ਤੁਸੀਂ ਇੱਥੇ ਆ ਕੇ ਕਰ ਸਕਦੇ ਹੋ। ਇੰਨਾ ਹੀ ਨਹੀਂ, ਆਪਾਂ ਸਿਰਫ ਕਹਿ ਹੀ ਨਹੀਂ ਰਹੇ, ਤੁਹਾਨੂੰ ਦਿਖਾਉਂਦੇ ਵੀ ਹਾਂ। ਬਹੁਤ ਸਾਰੇ ਵੈਬਸਾਈਟਸ 'ਤੇ ਸੋਸ਼ਲ ਮੀਡੀਆ 'ਤੇ ਤੁਹਾਨੂੰ ਇਹਨਾਂ ਦੇ ਸਟੂਡੈਂਟਸ ਮਿਲ ਜਾਣਗੇ ਜਿਹੜੇ ਕਿ ਆਪਣੇ ਐਕਸਪੀਰੀਅੰਸ ਸ਼ੇਅਰ ਕਰਦੇ ਨੇ ਕਿ ਆਪਾਂ ਹੁਣ ਬਾਹਰ ਜਾ ਰਹੇ ਹਾਂ, ਸਾਡਾ ਸੁਪਨਾ ਸੀਗਾ ਇੱਥੇ ਆਏ, ਇੱਥੇ ਆਉਣ ਤੋਂ ਬਾਅਦ ਉਹ ਸੁਪਨਾ ਪੂਰਾ ਹੋ ਗਿਆ। ਸੋ ਜੇ ਇਸੇ ਪਾਥ ਦੇ ਉੱਤੇ ਤੁਸੀਂ ਵੀ ਚੱਲਣਾ ਚਾਹੁੰਦੇ ਹੋ ਤਾਂ ਇੱਥੇ ਇੱਕ ਵਾਰ ਆ ਕੇ ਵਿਜ਼ਿਟ ਜ਼ਰੂਰ ਕਰਿਓ। ਜਸਮੀਤ ਸਰ, ਮੈਨੂੰ ਇੱਕ ਗੱਲ ਦੱਸੋ, ਬਹੁਤ ਸਾਰੇ ਸਟੂਡੈਂਟਸ ਇੱਦਾਂ ਦੇ ਹੁੰਦੇ ਨੇ ਜਿਹੜੇ ਕਿ ਸ਼ੋਰ ਨਹੀਂ ਹੁੰਦੇ ਕਿ ਕਿਹੜਾ ਕੋਰਸ ਆਪਾਂ ਚੂਜ਼ ਕਰੀਏ। ਸੋ ਕਰੰਟਲੀ ਕਿਹੜੇ ਕੋਰਸਿਸ ਪੋਪੂਲਰ ਨੇ ਜਿਹੜੇ ਕਿ ਸਟੂਡੈਂਟ ਸਭ ਤੋਂ ਜ਼ਿਆਦਾ ਪ੍ਰੈਫਰ ਕਰ ਰਹੇ ਨੇ, ਇਹ ਵੀ ਗਾਈਡ ਕਰੋ। ਔਰ ਇਹ ਵੀ ਜ਼ਰੂਰ ਦੱਸੋ ਕਿ ਇੱਕ ਸਟੂਡੈਂਟ ਨੂੰ ਕਿੱਦਾਂ ਕੋਰਸ ਚੂਜ਼ ਕਰਨਾ ਚਾਹੀਦਾ ਆ। ਪਹਿਲੀ ਗੱਲ ਤਾਂ ਮੈਂ ਸਾਰੇ ਸਟੂਡੈਂਟਸ ਨੂੰ ਕਹਾਂਗਾ ਕਿ ਤੁਹਾਡੇ ਕੋਰਸ ਚੂਜ਼ ਕਰਨ ਦੇ ਪਿੱਛੇ ਤੁਹਾਡੇ ਮਾਰਕਸ ਜ਼ਰੂਰ ਹੋਣੇ ਚਾਹੀਦੇ ਆ। ਸੋ ਇਫ ਯੂ ਆਰ ਅ ਗੁੱਡ ਸਟੂਡੈਂਟ, ਅਬਵ 80% ਮਾਰਕਸ ਹੈ, ਸੋ ਆਈ ਫੀਲ ਕਿ ਤੁਸੀਂ ਕੋਈ ਵੀ ਕੋਰਸ ਚੂਜ਼ ਕਰੋਗੇ ਯੂ ਵਿਲ ਪਰਫਾਰਮ ਬੈਟਰ। ਐਂਡ ਸਪੋਜ਼ ਯੂ ਆਰ ਐਨ ਐਵਰੇਜ ਸਟੂਡੈਂਟ, ਤੁਸੀਂ ਕਹਿੰਦੇ ਹੋ ਕਿ ਮੈਂ 60% ਮਾਰਕਸ ਆ ਮੇਰੇ, ਔਰ ਇੱਕ ਕਿਸੇ ਸਬਜੈਕਟ ਤੁਸੀਂ ਮੈਥਸ 'ਚ ਵੀਕ ਹੋ ਜਾਂ ਤੁਸੀਂ ਫਿਜ਼ਿਕਸ ਜਾਂ ਕੈਮਿਸਟਰੀ 'ਚ ਵੀਕ ਹੋ, ਦੈਨ ਜਦੋਂ ਅਸੀਂ ਟੈਕਨੀਕਲ ਕੋਰਸ ਲੈ ਲੈਂਦੇ ਹਾਂ ਤਾਂ ਉੱਥੇ ਜਾ ਕੇ ਸਾਨੂੰ ਪੜ੍ਹਾਈ 'ਚ ਔਖਾ ਵੀ ਹੋ ਸਕਦਾ, ਔਰ ਸਾਨੂੰ ਲੱਗਦਾ ਕਿ ਕੋਰਸ ਅਸੀਂ ਔਖਾ ਲੈ ਲਿਆ। ਸੋ ਨੋਰਮਲੀ ਮੈਂ ਬਹੁਤ ਸਾਰੇ ਸਟੂਡੈਂਟਸ ਦੇਖੇ ਆ, ਸਪੋਜ਼ ਐਵਰੇਜ ਸਟੂਡੈਂਟ ਹੁੰਦੇ ਆ, ਔਰ ਸਪੋਜ਼ ਆਪਾਂ ਸਿਵਲ ਇੰਜੀਨੀਅਰਿੰਗ, ਮਕੈਨੀਕਲ ਇੰਜੀਨੀਅਰਿੰਗ, ਕੈਮੀਕਲ ਲੈਬ ਟੈਕਨੀਸ਼ੀਅਨ ਵਰਗੇ ਕੋਰਸਿਸ ਲੈ ਲੈਂਦੇ ਆ, ਔਰ ਉੱਥੇ ਜਾ ਕੇ ਸਾਨੂੰ ਲੱਗਦਾ ਕਿ ਇਹ ਤਾਂ ਬਹੁਤ ਵੱਡੀ ਗਲਤੀ ਹੋ ਗਈ ਸਾਡੇ। ਆਲਰੇਡੀ ਤੁਸੀਂ ਵੀਕ ਸੀ ਇਹਨਾਂ ਸਬਜੈਕਟਸ 'ਚ, ਉਹਨਾਂ ਸਬਜੈਕਟਸ ਦੇ ਅੱਗੇ ਹੀ ਅਸੀਂ
ਉਦਾਂ ਦਾ ਹੀ ਕੋਰਸ ਲੈ ਲਿਆ ਔਰ ਪੜ੍ਹਾਈ 'ਚ ਸਾਨੂੰ ਕੋਈ ਨਾ ਕੋਈ ਔਖ ਦਾ ਸਾਹਮਣਾ ਕਰਨਾ ਪੈਂਦਾ ਹੈ। ਸੋ ਨਾਰਮਲੀ ਮੈਂ ਇਦਾਂ ਦੇ ਸਟੂਡੈਂਟਸ ਨੂੰ ਕਹਾਂਗਾ ਕਿ ਇਫ ਯੂ ਥਿੰਕ ਕਿ ਯੂ ਵਿਲ ਵਰਕ ਹਾਰਡ ਆਫਟਰ ਰੀਚਿੰਗ ਕੈਨੇਡਾ ਦੈਨ ਓਨਲੀ ਟੇਕ ਥੀਸ ਟੈਕਨੀਕਲ ਕੋਰਸਿਸ। ਔਰ ਜੇ ਤੁਹਾਨੂੰ ਲੱਗਦਾ ਹੈ ਕਿ ਯੂ ਵਾਂਟ ਟੂ ਚੇਂਜ ਯੋਰ ਲਾਈਨ ਜਾਂ ਤੁਸੀਂ ਕੋਈ ਈਜ਼ੀ ਕੋਰਸ ਕਰਨਾ ਚਾਹੁੰਦੇ ਹੋ ਤਾਂ ਡੈਫੀਨੇਟਲੀ ਯੂ ਕੈਨ ਡੂ ਐਨੀ ਈਜ਼ੀ ਕੋਰਸਿਸ, ਕਿਉਂਕਿ ਬਹੁਤ ਸਾਰੀਆਂ ਆਪਸ਼ਨਸ ਹੈਗੀਆਂ ਲਾਈਕ hospitality management, tourism management, journalism, adventure tourism, fitness and health promotion, game design, ਬਹੁਤ ਸਾਰੇ ਇਦਾਂ ਦੇ ਪ੍ਰੋਗਰਾਮਸ ਹੈਗੇ ਜਿਹੜੇ ਥੋੜੇ ਜਿਹੇ ਰੈਲੇਟਿਵਲੀ ਈਜ਼ੀ ਹੈਗੇ ਆ। ਸੋ ਮੈਂ ਸਟੂਡੈਂਟਸ ਨੂੰ ਇਹੀ ਐਡਵਾਈਸ ਕਰਾਂਗਾ ਕਿ ਜੇ ਤੁਹਾਨੂੰ ਲੱਗਦਾ ਹੈ ਕਿ ਜਿਹੜੀ ਚੀਜ਼ ਦਾ ਤੁਹਾਨੂੰ ਸ਼ੌਂਕ ਹੈ ਔਰ ਤੁਸੀਂ ਜਿਸ ਕੋਰਸ 'ਚ ਪਰਫਾਰਮ ਕਰ ਸਕਦੇ ਹੋ ਉਹੀ ਕੋਰਸਿਸ ਚੂਨ ਕਰੋ। ਬਾਕੀ ਜੇ ਅਸੀਂ ਕੋਰਸ ਆਪਸ਼ਨਸ ਦੀ ਗੱਲ ਕਰੀਏ ਤਾਂ ਨਾਨ ਮੈਡੀਕਲ ਵਾਲੇ ਅੱਛੇ ਸਟੂਡੈਂਟਸ ਨੂੰ ਮੈਂ ਐਡਵਾਈਸ ਕਰਾਂਗੀ ਸਿਵਲ ਇੰਜੀਨੀਅਰਿੰਗ, ਮਕੈਨੀਕਲ ਇੰਜੀਨੀਅਰਿੰਗ, ਇੰਡਸਟਰੀਅਲ ਮਿਲਰਾਈਟ ਟੈਕਨੀਸ਼ੀਅਨ ਔਰ ਕੰਪਿਊਟਰ ਸਿਸਟਮ ਟੈਕਨੀਸ਼ੀਅਨ, ਸੋ IT, ਵੈਬ ਡਿਜ਼ਾਈਨਿੰਗ, ਨੈਟਵਰਕਿੰਗ। ਸੋ ਇਦਾਂ ਦੇ ਕੋਰਸਿਸ ਤੁਸੀਂ ਕਰਨ ਜਾ ਸਕਦੇ ਹੋ। ਵੇਅਰ ਐਜ਼ ਅ ਮੈਡੀਕਲ ਸਟੂਡੈਂਟ ਤੁਸੀਂ ਹੈਲਥ ਰਿਲੇਟਡ ਕੋਰਸਿਸ ਕਰਨ ਜਾ ਸਕਦੇ ਹੋ। ਸੋ ਜੇ ਤੁਸੀਂ ਮੈਥਸ ਕੀਤੀ ਹੈ ਤਾਂ ਹੀ ਤੁਸੀਂ ਪ੍ਰੈਕਟੀਕਲ ਨਰਸਿੰਗ ਕਰਨ ਜਾ ਸਕਦੇ ਹੋ। ਜੇ ਤੁਸੀਂ ਮੈਥਸ ਨਹੀਂ ਕੀਤੀ ਹੈ ਵਿਦ ਬਾਇਓਲੋਜੀ ਦੈਨ ਬਹੁਤ ਹੀ ਘੱਟ ਕਾਲਜ ਹੈਗੇ ਆ ਜਿਹੜੇ ਤੁਹਾਨੂੰ ਪ੍ਰੈਕਟੀਕਲ ਨਰਸਿੰਗ 'ਚ ਐਡਮਿਸ਼ਨ ਦੇਣਗੇ। ਸੋ ਹੈਲਥ ਰਿਲੇਟਡ ਕੋਰਸਿਸ ਜਿਵੇਂ ਫਿਟਨੈਸ ਐਂਡ ਹੈਲਥ ਪ੍ਰਮੋਸ਼ਨ, अर्ਲੀ ਚਾਈਲਡਹੁੱਡ ਐਜੂਕੇਸ਼ਨ, ਸੋਸ਼ਲ ਵਰਕਰ ਡਿਪਲੋਮਾ, ਬੈਚਲਰਸ ਇਨ ਬਾਇਓਲੋਜੀ, ਬਾਇਓਟੈਕਨੋਲੋਜੀ, ਇਦਾਂ ਦੇ ਕੋਰਸਿਸ ਤੁਸੀਂ ਕਰਨ ਜਾ ਸਕਦੇ ਹੋ। ਜੇ ਅਸੀਂ ਗੱਲ ਕਰੀਏ ਤਾਂ ਕਮਰਸ ਵਾਲੇ ਸਟੂਡੈਂਟਸ ਲਈ ਜ਼ਿਆਦਾ ਕੁਝ ਨਹੀਂ ਹੁੰਦਾ ਕਿਉਂਕਿ ਉਹ ਬਿਜ਼ਨਸ ਦਾ ਕੋਰਸ ਹੀ ਕਰਨ ਜਾ ਸਕਦੇ ਆ। ਸੋ ਪਰ ਸਪੈਸ਼ਲਾਈਜੇਸ਼ਨ ਦੀ ਗੱਲ ਕਰੀਏ ਤਾਂ ਸੇਲਸ, ਮਾਰਕੀਟਿੰਗ, HR, ਅਕਾਊਂਟਸ, ਫਾਈਨੈਂਸ ਦੇ ਰਿਲੇਟਡ ਵੀ ਉਹ ਸਪੈਸ਼ਲਾਈਜੇਸ਼ਨ ਕਰ ਸਕਦੇ ਆ ਅੱਗੇ ਬਿਜ਼ਨਸ ਤੇ। ਔਰ ਇਹਨਾਂ ਸਾਰੀਆਂ ਫੀਲਡਸ 'ਚ ਤੁਸੀਂ ਬੈਚਲਰ ਡਿਗਰੀ ਵੀ ਕਰਨ ਜਾ ਸਕਦੇ ਹੋ। ਆਰਟਸ ਵਾਲੇ ਸਟੂਡੈਂਟਸ ਲਈ ਵੀ n ਨੰਬਰ ਆਫ ਆਪਸ਼ਨਸ ਹੈਗੀਆਂ ਕੈਨੇਡਾ ਦੇ ਵਿੱਚ। ਬਿਲਕੁਲ, ਤੇ ਆਪਾਂ ਆਪਸ਼ਨਸ ਤੁਹਾਨੂੰ ਦੱਸਦੇ ਪਏ ਆ। ਹੋਰ ਕਈ ਸਾਲਾਂ ਤੋਂ ਟਰਸਟਿਡ ਬ੍ਰਾਂਡ ਜਿਹੜਾ ਹੈਗਾ ਹੈ ਉਹਨਾਂ ਦੇ ਤੁਹਾਨੂੰ ਐਕਸਪੀਰੀਅੰਸ ਆਪਾਂ ਸ਼ੇਅਰ ਕਰਦੇ ਪਏ ਹਾਂ, ਕਿਉਂਕਿ ਐਕਸਪੀਰੀਅੰਸ ਜਦ ਤੱਕ ਆਪਾਂ ਆਪਣਾ ਸ਼ੇਅਰ ਨਹੀਂ ਕਰਦੇ ਨਾ ਸਾਨੂੰ ਪਤਾ ਨਹੀਂ ਚੱਲਦਾ ਕਿ ਕੀ ਬੈਕਗਰਾਊਂਡ ਰਿਹਾ ਹੈਗਾ ਹੈ। ਸੋ ਇਹਨਾਂ ਦੇ ਮੂੰਹੋਂ ਹੀ ਨਹੀਂ, ਇਹਨਾਂ ਦੇ ਜਿਹੜੇ ਸਟੂਡੈਂਟਸ ਇੱਥੋਂ ਦੀ ਪਾਸ ਆਊਟ ਕੀਤੇ ਆ ਉਹਨਾਂ ਦੀ ਜ਼ੁਬਾਨੀ ਵੀ ਆਪਾਂ ਤੁਹਾਨੂੰ ਸੁਣਾਉਂਦੇ ਰਹਿੰਦੇ ਹਾਂ ਕਿ ਉਹਨਾਂ ਦਾ ਕਿੱਦਾਂ ਦਾ ਐਕਸਪੀਰੀਅੰਸ ਰਿਹਾ। ਕਿੰਨੀ ਵਾਰ ਰਿਫਿਊਜ਼ਲ ਤੋਂ ਬਾਅਦ ਵੀ ਉਹਨਾਂ ਨੇ ਹਿੰਮਤ ਨਹੀਂ ਹਾਰੀ, ਉਹ ਸਟਿਲ ਅਪਲਾਈ ਕਰਦੇ ਰਹੇ ਔਰ ਫਾਈਨਲੀ ਉਹਨਾਂ ਨੇ ਅਚੀਵ ਕੀਤਾ। ਜੇ ਤੁਸੀਂ ਵੀ ਅਚੀਵ ਕਰਨਾ ਹੈ ਮੈਂ ਫੇਰ ਕਹਾਂਗੀ ਤੁਸੀਂ ਫਿਊ ਸਟੈਪਸ ਅਵੇ ਹੈਗੇ ਹੋ। ਇਹਨਾਂ ਦੇ ਨੰਬਰ ਨੋਟ ਕਰੋ, ਅਪਾਇੰਟਮੈਂਟ ਬੁੱਕ ਕਰੋ, ਇੱਥੇ ਆ ਕੇ ਇੱਕ ਵਾਰ ਵਿਜ਼ਿਟ ਜ਼ਰੂਰ ਕਰੋ। ਸਰ ਇੱਕ ਚੀਜ਼ ਮੈਨੂੰ ਹੋਰ ਜ਼ਰੂਰ ਦੱਸੋ ਕਿ ਤੁਸੀਂ ਪ੍ਰੋਗਰਾਮਸ ਦੇ ਬਾਰੇ ਜਾਂ ਕੋਰਸਿਸ ਦੇ ਬਾਰੇ ਗਾਈਡ ਕਰ ਰਹੇ ਸੀਗੇ। ਮਾਸਟਰ ਪ੍ਰੋਗਰਾਮਸ ਕਿਹੜੇ ਆਪਟ ਕਰ ਸਕਦੇ ਨੇ? ਸੀ ਸਟੂਡੈਂਟਸ ਜਿਨ੍ਹਾਂ ਨੇ ਕੋਈ ਵੀ ਗ੍ਰੈਜੂਏਸ਼ਨ ਕੀਤੀ ਹੈ ਫਸਟ ਆਫ ਆਲ ਉਹ MBA ਕਰਨ ਜਾ ਸਕਦੇ ਆ। ਸੋ ਕੋਈ ਵੀ ਗ੍ਰੈਜੂਏਟ ਸਟੂਡੈਂਟ ਕੈਨ ਡੂ MBA ਇਨ ਕੈਨੇਡਾ ਐਂਡ MBA ਵਿੱਚ ਜਿਵੇਂ ਯੂਨੀਵਰਸਿਟੀ ਆਫ ਕੈਨੇਡਾ ਵੈਸਟ ਹੈ ਉਹ ਬਹੁਤ ਵਧੀਆ ਸਕਾਲਰਸ਼ਿਪਸ ਆਫਰ ਕਰ ਰਹੀਆਂ ਅਪ ਟੂ $20,000 ਦੀ ਸਕਾਲਰਸ਼ਿਪ, ਮਤਲਬ 10 ਤੋਂ 12 ਲੱਖ ਰੁਪਏ ਦੀ ਸਕਾਲਰਸ਼ਿਪ ਆਫਰ ਕਰ ਰਹੀ ਹੈ ਯੂਨੀਵਰਸਿਟੀ ਆਫ ਕੈਨੇਡਾ ਵੈਸਟ। ਫਿਰ ਜੇ ਅਸੀਂ ਮਾਸਟਰਸ ਦੀ ਗੱਲ ਕਰੀਏ ਨਾਰਮਲੀ ਤੁਸੀਂ ਕਿਸੇ ਵੀ ਯੂਨੀਵਰਸਿਟੀਜ਼ 'ਚ ਮਾਸਟਰ ਐਡਮਿਸ਼ਨ ਜ਼ਰੂਰ ਲੈ ਸਕਦੇ ਹੋ, ਬਟ ਮੈਮੋਰੀਅਲ ਯੂਨੀਵਰਸਿਟੀ ਜਿਹੜੀ ਨਿਊ ਫਾਊਂਡਲੈਂਡ ਲੈਬਰਾਡੋਰ 'ਚ ਹੈ ਦੈਟ ਇਜ਼ ਅ ਵੈਰੀ ਗੁੱਡ ਆਪਸ਼ਨ। ਜੇ ਸਟੂਡੈਂਟਸ ਦੀ ਅਸੀਂ ਗੱਲ ਕਰੀਏ ਤੇ ਮੈਮੋਰੀਅਲ ਯੂਨੀਵਰਸਿਟੀ 'ਚ ਤੁਸੀਂ ਜ਼ਰੂਰ ਐਡਮਿਸ਼ਨ ਲੈ ਸਕਦੇ ਹੋ। ਉਹਦੇ ਵਿੱਚ ਮਾਸਟਰਸ ਇਨ ਕੰਪਿਊਟਰਸ, ਮਾਸਟਰਸ ਇਨ ਐਨਵਾਇਰਨਮੈਂਟ, ਮਾਸਟਰਸ ਇਨ ਆਇਲ ਐਂਡ ਗੈਸ ਵਰਗੀਆਂ ਸਪੈਸ਼ਲਾਈਜੇਸ਼ਨਸ ਹੈਗੀਆਂ। ਬਟ ਅਸੀਂ ਹੁਣ ਆਉਂਦੇ ਹਾਂ ਕਿ ਜੇ ਡੈਫੀਨੇਟਲੀ ਤੁਸੀਂ ਕਹਿੰਦੇ ਹੋ ਕਿ ਮੈਂ ਯੂਨੀਵਰਸਿਟੀ ਆਫ ਰਜਾਈਨਾ 'ਚ ਜਾਣਾ, ਮੈਂ ਯੂਨੀਵਰਸਿਟੀ ਆਫ ਨਿਊ ਬਰੂਨਸਵਿਕ 'ਚ ਜਾਣਾ ਔਰ ਮੈਂ ਹੋਰ ਕਿਸੇ ਯੂਨੀਵਰਸਿਟੀ 'ਚ ਮਾਸਟਰਸ ਲਈ ਅਪਲਾਈ ਕਰਨਾ ਚਾਹੁੰਦਾ ਤਾਂ ਮੈਂ ਸਟੂਡੈਂਟਸ ਨੂੰ ਕਹਿਣਾ ਚਾਹਾਂਗਾ ਕਿ ਜਿਹੜਾ ਆਫਰ ਲੈਟਰ ਦਾ ਟਰਨ ਅਰਾਊਂਡ ਟਾਈਮ ਹੈ ਦੈਟ ਇਜ਼ 6 months to 8 months ਬਿਕੋਜ਼ ਮਾਸਟਰਸ ਦੀ ਜਿਹੜੀ ਐਡਮਿਸ਼ਨ ਹੈਗੀ ਹੈ ਉਹ ਐਕੈਡੈਮਿਕ ਵੱਲੋਂ ਅਪਰੂਵ ਹੋ ਕੇ ਆਉਂਦੀ ਹੈ, ਨਾਟ ਫਰਮ ਇੰਟਰਨੈਸ਼ਨਲ ਡਿਪਾਰਟਮੈਂਟ। So if you're ready to wait for 6 to 8 months, then you can go ahead and apply for master's admission in any university. Else you should look out for universities those who are giving admission in some less time. So else ਤੁਹਾਡੇ ਕੋਲ ਇੱਕ ਹੋਰ ਆਪਸ਼ਨ ਹੈ ਕਿ ਤੁਸੀਂ ਪੋਸਟ ਗ੍ਰੈਜੂਏਟ ਸਰਟੀਫਿਕੇਟ ਜਾਂ ਪੋਸਟ ਗ੍ਰੈਜੂਏਟ ਡਿਪਲੋਮਾਸ ਕਰਨ ਜਾ ਸਕਦੇ ਹੋ ਕੈਨੇਡਾ ਦੇ ਵਿੱਚ ਔਰ ਉਹਨਾਂ ਦੇ ਵੀ ਬਹੁਤ ਅੱਛੇ ਆਪਸ਼ਨਸ ਹੈਗੇ ਆ। ਸੋ ਸਟੂਡੈਂਟ ਸਾਰਿਆਂ ਨੂੰ ਮੈਂ ਇਹੀ ਗਾਈਡ ਕਰਾਂਗਾ ਕਿ ਦੇਖੋ ਤੁਸੀਂ ਮਾਸਟਰਸ ਕਰਨ ਜਾਣਾ ਚਾਹੁੰਦੇ ਹੋ ਸੋ ਈਜ਼ੀ ਵੇ ਆਊਟ ਵਿਲ ਬੀ ਯੂ ਚੂਜ਼ ਅ ਪੋਸਟ ਗ੍ਰੈਜੂਏਟ diploma or you choose a postgraduate certificate program. Take a credit transfer when you are in Canada and get admission in masters wherever you are looking forward to. Right, absolutely. ਕਾਫੀ ਸਾਰੇ ਕੋਰਸਿਸ ਨੂੰ ਲੈ ਕੇ ਸਰ ਤੁਸੀਂ ਸਾਨੂੰ ਗਾਈਡ ਕਰ ਰਹੇ ਹੋ। ਇੱਕ ਮੈਂ ਹੋਰ ਤੁਹਾਡੇ ਤੋਂ ਜ਼ਰੂਰ ਪੁੱਛਣਾ ਚਾਹਾਂਗੀ ਕਿ ਆਟੋਮੋਬਾਈਲ ਐਜੂਕੇਸ਼ਨ ਦੇ ਲਈ ਕਈ ਬੱਚੇ ਇੰਟਰਸਟਿਡ ਹੈਗੇ ਨੇ, ਸੋ ਉਹਨਾਂ ਦੇ ਲਈ ਕਿਹੜੀ ਡੈਸਟੀਨੇਸ਼ਨ ਸਭ ਤੋਂ ਬਹੁਤ ਸਾਰੇ ਜਿੰਨੇ ਵੀ ਟੈਕਨੀਕਲ ਕਾਲਜਸ ਹੈਗੇ ਆ ਜਿਵੇਂ ਸੈਨਿਕਾ ਹੋ ਗਿਆ, ਨਾਇਗਰਾ ਹੋ ਗਿਆ, ਸੈਂਟੀਨੀਅਲ ਹੋ ਗਿਆ, ਕਲੈਂਪਟਨ ਕਾਲਜ ਹੋ ਗਿਆ, ਕੈਂਬਰੀਅਨ ਕਾਲਜ ਹੋ ਗਿਆ, ਜਿੰਨੇ ਵੀ ਟੈਕਨੀਕਲ ਕਾਲਜਸ ਹੈਗੇ ਦੇ ਆਰ ਆਲ ਆਫਰਿੰਗ ਅ ਪ੍ਰੋਗਰਾਮ ਕਾਲਡ ਮੋਟਿਵ ਪਾਵਰ ਟੈਕਨੀਸ਼ੀਅਨ ਜਾਂ ਆਟੋਮੋਬਾਈਲ ਇੰਜੀਨੀਅਰਿੰਗ। ਸੋ ਹਰ ਕਾਲਜ
ਕਾਲਜਿਸ 'ਚ ਲੈਬਸ ਹੁੰਦੀਆਂ, ਬਹੁਤ ਹੀ ਹਿਊਜ ਲੈਬਸ ਹੁੰਦੀਆਂ, ਨਾਟ ਲਾਈਕ ਇੰਡੀਆ ਵੇਅਰ ਐਜ਼ ਲੈਬਸ 'ਤੇ ਕੰਪਰੋਮਾਈਜ਼ ਕੀਤਾ ਜਾਂਦਾ। ਸੋ ਹਿਊਜ ਲੈਬਸ ਹੁੰਦੀਆਂ ਜਿੱਥੇ ਆਟੋਮੋਬਾਈਲ ਟੈਕਨੋਲੋਜੀ ਬਾਰੇ ਤੁਹਾਨੂੰ ਪੜ੍ਹਾਇਆ ਜਾਂਦਾ। ਸੋ ਯੂ ਕੈਨ ਆਲਵੇਜ਼ ਪਾਸ ਆਊਟ ਵਿਦ 2 years of automotive power technician diploma or automobile technician diploma, and then you can take credit transfer and do your bachelor degree in any university। so ਜਿਵੇਂ ਕਿ ਨਾਇਗਰਾ ਕਾਲਜ ਤੋਂ ਜੇ ਤੁਸੀਂ ਪਾਸ ਆਊਟ ਹੁੰਦੇ ਹੋ ਤਾਂ you can do your bachelor's from Brock University। ਤੁਸੀਂ ਕੈਂਬਰੀਅਨ ਕਾਲਜ ਤੋਂ ਪਾਸ ਆਊਟ ਹੁੰਦੇ ਹੋ ਤਾਂ you can do your bachelor degree from Laurentian University। ਸੋ ਇੱਦਾਂ ਜਿੰਨੇ ਵੀ ਕਾਲਜਿਸ ਹੈਗੇ ਆ ਕੈਨੇਡਾ 'ਚ ਉਹਨਾਂ ਸਾਰਿਆਂ ਦੇ ਅੱਗੇ ਕ੍ਰੈਡਿਟ ਟ੍ਰਾਂਸਫਰ ਸਿਸਟਮਸ ਹੁੰਦੇ ਆ। ਸੋ ਇਫ ਯੂ ਆਰ ਲੁਕਿੰਗ ਫਾਰਵਰਡ ਟੂ ਡੂਇੰਗ ਅ ਬੈਚਲਰ ਡਿਗਰੀ ਯੂ ਕੈਨ ਡੈਫੀਨੇਟਲੀ ਡੂ ਅ 2 years diploma and then pass out with a bachelor degree with 100% credit transfer। ਸੋ ਜੇ ਤੁਸੀਂ ਇਦਾਂ ਦੀਆਂ ਕੁਝ ਆਪਸ਼ਨਸ ਦੇਖ ਰਹੇ ਹੋ ਤਾਂ ਜ਼ਰੂਰ ਤੁਸੀਂ ਸਾਡੀ ਟੀਮ ਨਾਲ ਰਾਬਤਾ ਕਾਇਮ ਕਰ ਸਕਦੇ ਹੋ। ਐਂਡ ਮੈਂ ਵੀ ਵੱਖ-ਵੱਖ ਆਫਿਸਿਸ 'ਚ ਵਿਜ਼ਿਟ ਕਰ ਰਿਹਾ ਅੱਜ ਦੀ ਡੇਟ 'ਚ, ਜਲੰਧਰ, ਅੰਮ੍ਰਿਤਸਰ। ਐਂਡ ਜੇ ਤੁਸੀਂ ਉਹ ਇਨਫੋਰਮੇਸ਼ਨ ਤੁਹਾਨੂੰ ਚਾਹੀਦੀ ਹੈ ਕਿ ਜਿੱਥੇ ਤੁਸੀਂ ਮੈਨੂੰ ਮਿਲਣਾ ਚਾਹੁੰਦੇ ਹੋ ਤਾਂ ਡੈਫੀਨੇਟਲੀ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਲਾਈਕ ਕਰੋ, ਇੰਸਟਾਗ੍ਰਾਮ ਹੈਂਡਲ ਨੂੰ ਲਾਈਕ ਕਰੋ, YouTube ਚੈਨਲ ਨੂੰ ਜ਼ਰੂਰ ਲਾਈਕ ਕਰੋ ਕਿ ਜੇ ਤੁਸੀਂ ਮੈਨੂੰ ਪਰਸਨਲੀ ਮਿਲਣਾ ਚਾਹੁੰਦੇ ਹੋ। ਸੋ ਤੁਹਾਡੇ ਕੋਲ ਅਪਡੇਟਡ ਇਨਫੋਰਮੇਸ਼ਨ ਆਉਂਦੀ ਰਹੇਗੀ ਕਿ ਮੈਂ ਕਿਹੜੇ ਆਫਿਸਿਸ 'ਚ ਮਿਲ ਸਕਦਾ। ਸੋ ਮੈਂ ਸਾਰੇ ਹੀ ਸਟੂਡੈਂਟਸ ਨੂੰ, ਪੇਰੈਂਟਸ ਨੂੰ ਐਡਵਾਈਸ ਕਰਾਂਗਾ ਕਿ ਕੋਈ ਵੀ ਅਸੀਂ ਕਹੀਏ ਕਿ ਗਲਤ ਡਾਕੂਮੈਂਟ ਅਸੀਂ ਫਾਈਲ 'ਚ ਨਹੀਂ ਲਗਾਉਣਾ, ਸਹੀ ਢੰਗ ਨਾਲ ਆਪਣੀ ਫਾਈਲ ਪ੍ਰੈਜ਼ੈਂਟ ਕਰਨੀ ਹੈ ਤਾਂ ਕਿ ਵੀਜ਼ਾ ਚਾਂਸਸ ਜ਼ਿਆਦਾ ਰਹਿ ਸਕਣ। ਰਾਈਟ। ਔਰ ਜਿੱਦਾਂ ਕਿ ਸਰ ਨੇ ਤੁਹਾਨੂੰ ਟੀਮ ਦੇ ਬਾਰੇ ਦੱਸਿਆ, ਮੈਂ ਇੱਕ ਚੀਜ਼ ਹੋਰ ਦੱਸ ਦੇਵਾਂ, ਜੇ ਕੁਇਕ ਹੋਰ ਹੈਸਲ ਫ੍ਰੀ ਸਰਵਿਸਿਜ਼ ਤੁਸੀਂ ਆਪਟ ਕਰਨਾ ਚਾਹੁੰਦੇ ਹੈਗੇ ਹੋ, ਹੋਰ 1-on-1 ਤੁਸੀਂ ਕਾਉਂਸਲਿੰਗ ਲੈਣਾ ਚਾਹੁੰਦੇ ਹੋ ਨਾ, ਤਾਂ ਲੈਂਡਮਾਰਕ ਇਮੀਗ੍ਰੇਸ਼ਨ ਇਜ਼ ਦ ਬੈਸਟ ਪਲੇਸ ਟੂ ਵਿਜ਼ਿਟ। ਇੱਥੇ ਇੱਕ ਵਾਰ ਜ਼ਰੂਰ ਆਇਓ। ਤੇ ਸਰ ਮੈਨੂੰ ਇੱਕ ਫਟਾਫਟ ਟਾਈਮ ਥੋੜਾ ਘੱਟ ਹੈਗਾ, ਮੈਂ ਸਵਾਲ ਬਹੁਤ ਸਾਰੇ ਹੈਗੇ ਨੇ, ਮੈਂ ਇਹ ਜ਼ਰੂਰ ਪੁੱਛਣਾ ਚਾਹੁੰਦੀ ਹਾਂ, ਨੈਕਸਟ ਇਨਟੇਕ ਕਿਹੜਾ ਅਵੇਲੇਬਲ ਹੈਗਾ ਹੈ? See, right now students can apply for May intake and September intake, but in between, like University Canada West and Exenda colleges are offering July intake also। So May, July and September intake you can definitely apply। ਐਂਡ ਜੇ ਅਸੀਂ ਮੈਂ ਗੱਲ ਕਰਾਂ ਤਾਂ ਤੁਸੀਂ ਆਉਣ ਵਾਲੇ ਹੱਲੇ ਮਈ ਇਨਟੇਕ 'ਚ ਵੀ ਆਪਣੀ ਫਾਈਲ ਪ੍ਰੋਸੀਡ ਕਰ ਸਕਦੇ ਹੋ ਕਿ ਕੁਝ ਕਾਲਜਿਸ 'ਚ ਹੱਲੇ ਵੀ ਸੀਟਸ ਆਰ ਅਵੇਲੇਬਲ। ਸੋ ਸਟੂਡੈਂਟਸ ਜਿਹੜੇ ਹੈਗੇ ਕਿ ਇਹ ਪੁੱਛਣਗੇ, ਫਿਰ ਸਵਾਲ ਸਟੂਡੈਂਟਸ ਦਾ ਆਉਂਦਾ ਹੈ ਕਿ ਸਰ ਮਈ ਇਨਟੇਕ ਆਨਲਾਈਨ ਹੋਏਗਾ ਕਿ ਆਫਲਾਈਨ ਹੋਏਗਾ। ਸੋ ਜੇ ਸਿਚੁਏਸ਼ਨ ਨੂੰ ਮੈਂ ਅਸੈਸ ਕਰਾਂ ਤਾਂ ਮੈਨੂੰ ਮਈ ਇਨਟੇਕ ਆਨਲਾਈਨ ਹੁੰਦਾ ਨਜ਼ਰ ਆ ਰਿਹਾ, ਬਟ ਆਨਲਾਈਨ ਜੇ ਮਈ ਇਨਟੇਕ ਹੁੰਦਾ ਤਾਂ ਦੈਟ ਇਜ਼ ਅਸੈਂਸ਼ੀਅਲ ਟਰੈਵਲ। ਸੋ ਯੂ ਕੈਨ ਡੈਫੀਨੇਟਲੀ ਟਰੈਵਲ, ਜੇ ਤੁਸੀਂ ਆਨਲਾਈਨ ਕਲਾਸਾਂ ਵੀ ਲੱਗਣੀਆਂ ਤੁਹਾਡੀਆਂ ਤਾਂ ਯੂ ਕੈਨ ਟਰੈਵਲ ਟੂ ਕੈਨੇਡਾ। ਔਰ ਜੇ ਤੁਸੀਂ ਗੱਲ ਕਰੀਏ ਤਾਂ ਸਪਟੈਂਬਰ ਇਨਟੇਕ ਮੋਸਟ ਪ੍ਰੋਬੇਬਲੀ ਆਫਲਾਈਨ ਹੋਣ ਦੀ ਉਮੀਦ ਹੈ ਕਿ ਜਿਹਦੇ 'ਚ ਸਟੂਡੈਂਟ ਕਲਾਸਿਸ 'ਚ ਪੜ੍ਹ ਪਾਉਣਗੇ। ਬਟ ਚਾਹੇ ਤੁਸੀਂ ਕੈਨੇਡਾ 'ਚੋਂ ਚਾਹੇ ਤੁਸੀਂ ਇੰਡੀਆ 'ਚੋਂ ਤੁਸੀਂ ਆਨਲਾਈਨ ਪੜ੍ਹਦੇ ਹੋ, ਤੁਸੀਂ ਆਫਲਾਈਨ ਪੜ੍ਹਦੇ ਹੋ, ਯੋਰ ਸਟੱਡੀ ਇਜ਼ ਐਲੀਜੀਬਲ ਟੂ ਗੈਟ ਯੂ ਫੁੱਲ ਪੋਸਟ ਗ੍ਰੈਜੂਏਟ ਵਰਕ ਪਰਮਿਟ। ਜੀ ਸਰ, ਅੱਜ ਕੱਲ੍ਹ ਇਹ ਗੱਲਾਂ ਵੀ ਹੈਗੀਆਂ ਨੇ ਕਿ ਕੈਨੇਡਾ ਸਟੂਡੈਂਟਸ ਨੂੰ ਓਪਨ ਆਰਮ ਦੇ ਨਾਲ ਐਕਸੈਪਟ ਕਰ ਰਿਹਾ ਹੈਗਾ, ਇਹਦੇ ਪਿੱਛੇ ਕੀ ਰੀਜ਼ਨ ਹੈ? See, it's a $20 billion industry। ਜੇ ਅਸੀਂ ਕਹੀਏ ਕੈਨੇਡਾ ਵਾਸਤੇ ਇਟ ਇਜ਼ ਅ multi-billion dollar industry। ਸੈਕੰਡਲੀ ਅਸੀਂ ਗੱਲ ਕਰਦੇ ਹਾਂ ਕਿ ਕੈਨੇਡਾ ਦੀ ਜਿਹੜੀ ਇਕੋਨਮੀ ਹੈ ਦੈਟ ਇਜ਼ ਡਿਪੈਂਡੈਂਟ ਔਨ ਇਮੀਗ੍ਰੇਸ਼ਨ। ਸੋ ਜੇ ਅਸੀਂ ਪਿੱਛੇ ਦੇਖੀਏ ਤਾਂ 27,332 ਫਾਈਲਾਂ ਨੂੰ ਇਮੀਗ੍ਰੇਸ਼ਨ ਵੱਲੋਂ ਪੋਜ਼ਿਟਿਵ ਨਿਊਜ਼ ਆਈ ਐਂਡ ਦੇ ਗॉट देयर ITA ਇਨ ਸਿੰਗਲ ਡੇ। ਸੋ ਇਹ ਸਾਰੀਆਂ ਚੀਜ਼ਾਂ ਨੂੰ ਧਿਆਨ 'ਚ ਰੱਖਦਿਆਂ ਹੋਇਆਂ ਮੈਂ ਸਾਰੇ ਹੀ ਸਟੂਡੈਂਟਸ ਨੂੰ ਐਡਵਾਈਸ ਕਰਾਂਗਾ ਕਿ ਕੈਨੇਡਾ ਇਸ ਟਾਈਮ 'ਤੇ ਟੌਪ ਡੈਸਟੀਨੇਸ਼ਨ ਬਣ ਚੁੱਕਿਆ। ਸੋ ਜੇ ਤੁਸੀਂ ਕਦੀ ਵੀ ਆਪਣੀ PR ਲਾਓਗੇ ਫਿਊਚਰ ਵਿੱਚ ਤਾਂ ਕੈਨੇਡਾ ਵਿਲ ਐਕਸੈਪਟ ਯੂ ਵਿਦ ਓਪਨ ਆਰਮਸ। ਸੋ ਹੋਰ ਕੋਈ ਕੰਟਰੀ ਹੈਗੇ ਜਿੱਥੇ ਸੈਟਲ ਹੋਣਾ ਥੋੜ੍ਹਾ ਜਿਹਾ ਡਿਫਿਕਲਟ ਹੈ। ਸੋ ਸਟੂਡੈਂਟਸ ਜਾਂ ਉਹਨਾਂ ਦੇ ਮੈਂ ਪੇਰੈਂਟਸ ਨੂੰ ਕਹਾਂਗਾ ਕਿ ਕੈਨੇਡਾ ਰਿਲੇਟਿਵਲੀ ਸੇਫ ਵੀ ਹੈਗਾ, ਇਟ ਇਜ਼ ਵੈਰੀ ਸੇਫ ਕੰਟਰੀ whereas other countries are not safe as Canada। so this is just my perception। rest UK ਵੀ ਬਹੁਤ ਵਧੀਆ ਪੜ੍ਹਾਈ ਕਰਨ ਲਈ, USA ਵੀ ਬਹੁਤ ਵਧੀਆ, ਆਸਟ੍ਰੇਲੀਆ ਐਂਡ ਨਿਊਜ਼ੀਲੈਂਡ ਵੀ ਬਹੁਤ ਵਧੀਆ। ਬਟ ਜਿੱਥੋਂ ਤੱਕ ਮੈਨੂੰ ਅੱਜ ਦੀ ਡੇਟ 'ਚ ਸਮਝ ਆਉਂਦਾ ਹੈ ਕਿ ਸਟੂਡੈਂਟਸ ਬਹੁਤ ਸਾਰੇ ਆਸਟ੍ਰੇਲੀਆ ਐਂਡ ਨਿਊਜ਼ੀਲੈਂਡ ਤੋਂ ਵੀ ਕੈਨੇਡਾ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰ ਰਹੇ ਨੇ। ਬਿਲਕੁਲ। ਤੇ ਫਿਲਹਾਲ ਟਾਈਮ ਥੋੜਾ ਜਿਹਾ ਘੱਟ ਹੈ, ਲੇਕਿਨ ਜਾਣ ਤੋਂ ਪਹਿਲਾਂ ਮੈਂ ਤੁਹਾਡੇ ਤੋਂ ਇੱਕ ਚੀਜ਼ ਜ਼ਰੂਰ ਪੁੱਛਣਾ ਚਾਹੁੰਦੀ ਹਾਂ ਕਿ ਸਟੂਡੈਂਟਸ ਨੂੰ ਨਾ ਇੱਕ ਇਹ ਚੀਜ਼ ਜ਼ਰੂਰ ਗਾਈਡ ਕਰੋ ਕਿ ਕੀ ਉਹਨਾਂ ਨੂੰ ਕਰਨਾ ਚਾਹੀਦਾ, ਕੀ ਨਹੀਂ ਕਰਨਾ ਚਾਹੀਦਾ, ਡੂਜ਼ ਐਂਡ ਡੋਂਟਸ। ਸੀ ਇੱਕ ਤਾਂ ਅਸੀਂ ਮੈਂ ਸਾਰੇ ਸਟੂਡੈਂਟਸ ਨੂੰ ਕਹਾਂਗਾ ਕਿ ਆਪਾਂ ਜਿਹੜੀ ਸਾਲ ਦੀ ਫੀਸ ਹੈ ਉਹ ਪੂਰੀ ਜਮ੍ਹਾਂ ਕਰਾਈਏ ਕਿਸੇ ਵੀ ਕਾਲਜ ਦੀ। ਜਿਹੜਾ ਵੀ ਕਾਲਜ ਤੁਸੀਂ ਅਫੋਰਡ ਕਰ ਸਕਦੇ ਹੋ ਤਾਂ ਪੂਰੇ ਸਾਲ ਦੀ ਫੀਸ ਜਮ੍ਹਾਂ ਕਰਾਈਏ। ਸੈਕੰਡਲੀ GIC ਅਕਾਊਂਟ ਜ਼ਰੂਰ ਖੁਲਾਈਏ ਔਰ ਉਹਦੇ 'ਚ $10,200 ਜ਼ਰੂਰ ਜਮ੍ਹਾਂ ਕਰਾਈਏ। ਸੋ these are two things which every student must do। this is really basic but sometimes student ਕਰਦੇ ਕਿ ਇੱਕ ਸਮੈਸਟਰ ਦੀ ਫੀਸ ਜਮ੍ਹਾਂ ਕਰਾ ਦਿੰਦੇ ਆ। ਦੂਸਰਾ, ਕਈ ਵਾਰੀ ਸਟੂਡੈਂਟਸ ਪ੍ਰਾਈਵੇਟ ਕਾਲਜ 'ਚ ਫੀਸ ਜਮ੍ਹਾਂ ਹੀ ਨਹੀਂ ਕਰਾਉਂਦੇ ਨੇ।
ਸੋ ਦੈਟ ਇਜ਼ ਯੂ ਡੂਇੰਗ ਅ ਬਿਗ ਮਿਸਟੇਕ ਕਿ ਤੁਸੀਂ ਆਪਣੇ ਵੀਜ਼ਾ ਬਿਲਕੁਲ ਹੀ ਘੱਟ ਚਾਂਸ ਹੈ ਜੇ ਤੁਸੀਂ ਫੀਸ ਨਹੀਂ ਜਮ੍ਹਾਂ ਕਰਾਉਂਦੇ ਹੋ। ਸੈਕੰਡਲੀ ਫਿਰ ਹੋਰ ਮੈਂ ਗੱਲ ਕਰਦਾ ਸਟੂਡੈਂਟਸ ਪੇਪਰ ਬਹੁਤ ਜ਼ਿਆਦਾ ਕਈ ਵਾਰੀ ਕਿਸੇ ਦੀ ਮਿਸਗਾਈਡੈਂਸ ਹੋ ਜਾਂਦੀ ਹੈ, ਸਮਟਾਈਮ ਸਟੂਡੈਂਟ ਨੂੰ ਲੱਗਦਾ ਕਿ ਮੈਂ ਇੱਕ ਫੇਕ ਪੇਪਰ ਲਾ ਕੇ ਫੇਕ ਸਰਟੀਫਿਕੇਟ ਲਾ ਕੇ ਆਪਣਾ ਗੈਪ ਕਵਰ ਕਰ ਸਕਦਾ। ਸੋ ਮੈਂ ਸਾਰੇ ਸਟੂਡੈਂਟਸ ਨੂੰ ਐਡਵਾਈਸ ਕਰਾਂਗਾ ਕਿ ਉਹ ਫੇਕ ਪੇਪਰ ਜਾਂ ਉਹੀ ਤਰ੍ਹਾਂ ਦਾ ਫੇਕ ਪੇਪਰ 100 ਵਾਰੀ ਐਮਬੈਸੀ 'ਚ ਲੱਗਾ ਹੋਣਾ ਔਰ ਐਮਬੈਸੀ 'ਚ ਪਤਾ ਹੁੰਦਾ ਕਿ ਇਹ ਫੇਕ ਡਾਕੂਮੈਂਟਸ ਹੈਗੇ ਆ। ਸੋ ਇਦਾਂ ਦੇ ਡਾਕੂਮੈਂਟਸ ਨੂੰ ਜ਼ਰੂਰ ਅਵੋਇਡ ਕਰੇ। ਥਰਡ, ਮੈਂ ਇਹ ਸਟੂਡੈਂਟਸ ਨੂੰ ਕਹਿਣਾ ਚਾਹਾਂਗਾ ਕਿ ਕੈਨੇਡਾ ਵਿੱਚ ਕੋਈ ਵੀ ਫੰਡ ਸ਼ੋ ਕਰਨ ਦੀ ਲੋੜ ਨਹੀਂ ਹੈਗੀ। ਜੇ ਤੁਹਾਨੂੰ ਕੋਈ ਐਡਵਾਈਸ ਕਰਦਾ ਹੈ ਫੰਡ ਸ਼ੋ ਕਰਨ ਲਈ ਤਾਂ ਦੈਟ ਇਜ਼ ਰੋਂਗ। ਸੋ ਡੂ ਨਾਟ ਗੈਟ ਐਨੀ ਫੰਡ ਸ਼ੋ ਐਂਡ ਜਿੰਨੇ ਵੀ ਤੁਹਾਡੇ ਕੋਲ ਫੰਡਸ ਬੈਂਕ 'ਚ ਹੈਗੇ ਆ ਔਰ ਜੈਨੂਇਨ ਫੰਡਸ ਹੈਗੇ ਆ, ਤੁਸੀਂ ਸਿਰਫ ਉਹੀ ਸ਼ੋ ਕਰੋ। ਬਿਲਕੁਲ। ਤੇ ਜਾਣ ਤੋਂ ਪਹਿਲਾਂ ਮੈਂ ਇੱਕ ਵਾਰ ਤੁਹਾਨੂੰ ਫਿਰ ਯਾਦ ਕਰਵਾ ਦਵਾਂ, ਇਹਨਾਂ ਦੇ ਨੰਬਰ ਜ਼ਰੂਰ ਨੋਟ ਕਰ ਲਿਓ। ਤੇ ਸਰ ਇੱਕ ਵਾਰ ਤੁਸੀਂ ਵੀ ਦੱਸ ਦਿਓ ਕਿ ਕਿਹੜੀ ਥਾਂ ਤੇ ਆ ਕੇ ਮਿਲ ਸਕਦੇ ਨੇ ਸਟੂਡੈਂਟਸ ਤੁਹਾਨੂੰ, ਬ੍ਰਾਂਚਸ ਕਿੱਥੇ? ਸੀ ਆਈ ਐਮ ਆਲਵੇਜ਼ ਅਵੇਲੇਬਲ ਇਨ ਮੋਹਾਲੀ ਬ੍ਰਾਂਚ, ਬਟ ਜਿਵੇਂ ਮੈਂ ਹਫਤੇ 'ਚ 2 ਦਿਨ ਕੋਈ ਵੀ ਆਫਿਸਿਸ 'ਚ ਹੋ ਸਕਦਾ। ਸੋ ਮੈਂ ਜਲੰਧਰ ਔਰ ਅੰਮ੍ਰਿਤਸਰ 23 ਤਰੀਕ ਔਰ 24 ਤਰੀਕ ਨੂੰ ਜਲੰਧਰ ਔਰ ਅੰਮ੍ਰਿਤਸਰ 'ਚ ਹੋਵਾਂਗਾ। ਐਂਡ ਨਹੀਂ ਤਾਂ ਤੁਸੀਂ ਅਪਾਇੰਟਮੈਂਟ ਲੈ ਕੇ ਮੈਨੂੰ ਮੋਹਾਲੀ ਆਫਿਸ 'ਚ ਬੇਸ਼ੱਕ ਮਿਲ ਸਕਦੇ ਹੋ। ਗੁਰਪ੍ਰੀਤ ਸਰ ਜਿਹੜੇ ਸਾਡੇ ਡਾਇਰੈਕਟਰ ਐਡਮਿਸ਼ਨ ਹੈ ਉਹ ਵੀ ਟਰੈਵਲ ਕਰਨਗੇ। ਸੋ 25 ਔਰ 26 ਤਰੀਕ ਨੂੰ ਉਹ ਲੁਧਿਆਣਾ ਔਰ ਮੋਗਾ ਬ੍ਰਾਂਚ 'ਚ ਹੋਣਗੇ। ਸੋ ਉਹਨਾਂ ਨਾਲ ਵੀ ਤੁਸੀਂ ਰਾਬਤਾ ਕਾਇਮ ਕਰ ਸਕਦੇ ਹੋ। ਜੇ ਤੁਸੀਂ ਰਿਫਿਊਜ਼ਡ ਔਰ ਪ੍ਰੋਪਰ ਤੁਹਾਨੂੰ ਕੋਈ ਅਸੈਸਮੈਂਟ ਕਰਨਾ ਚਾਹੁੰਦੇ ਹੋ ਤਾਂ ਵੀ ਤੁਸੀਂ ਸਾਨੂੰ ਮਿਲ ਸਕਦੇ ਹੋ। ਕਾਲ ਕਰੋ 90413 90412 ਤੇ, ਈਮੇਲ ਕਰ ਸਕਦੇ ਹੋ info@landmarkimmigration.com ਤੇ, ਤਾਂ ਕਿ ਮੈਂ ਤੁਹਾਡੀ ਈਮੇਲ ਤੇ ਅਸੈਸਮੈਂਟ ਕਰ ਸਕਾਂ ਕਿ ਯੂ ਆਰ ਐਲੀਜੀਬਲ। ਅਗਰ ਸਾਡੇ ਕੋਲ ਫਾਈਲ ਅਪਲਾਈਡ ਹੈ ਐਂਡ ਯੂ ਆਰ ਫੇਸਿੰਗ ਐਨੀ ਪ੍ਰੋਬਲਮ ਦੈਨ ਆਲਸੋ ਈਮੇਲ ਮੀ at info@landmarkimmigration.com। I will try to solve your problem as soon as possible। ਥੈਂਕ ਯੂ ਸੋ ਮਚ ਸਰ, ਤੁਸੀਂ ਸਾਡੇ ਨਾਲ ਜਿਹੜੇ ਆਪਣਾ ਟਾਈਮ ਕੱਢ ਕੇ। ਫਿਲਹਾਲ ਵੇਲਾ ਜੀ ਤੁਹਾਨੂੰ ਛੱਡ ਕੇ ਜਾਣ ਦਾ, ਲੇਕਿਨ ਜਾਣ ਤੋਂ ਪਹਿਲੇ ਮੈਂ ਤੁਹਾਨੂੰ ਦੱਸ ਦੇਵਾਂ ਕਿ ਆਪਾਂ ਸਿਰਫ ਕਹਿ ਹੀ ਨਹੀਂ ਰਹੇ, ਆਪਾਂ ਤੁਹਾਨੂੰ ਦਿਖਾਵਾਂਗੇ ਵੀ ਉਹਨਾਂ ਸਟੂਡੈਂਟਸ ਦੀ ਕਹਾਣੀ, ਉਹਨਾਂ ਦੀ ਜ਼ੁਬਾਨੀ। ਸਾਨੂੰ ਦਿਓ ਇਜਾਜ਼ਤ, ਤੁਸੀਂ ਦੇਖੋ। ਸਤਿ ਸ਼੍ਰੀ ਅਕਾਲ ਜੀ। ਮੇਰੇ ਨਾਲ ਇੱਕ ਸਟੂਡੈਂਟ ਆ ਚੁੱਕੇ ਨੇ, ਰਮਨਪ੍ਰੀਤ ਕੌਰ, ਜਿਹੜੇ ਕਿ ਆਪਣੇ ਫਾਦਰ ਸਾਹਿਬ ਨਾਲ ਨੇ, ਹਰਜੀਤ ਸਿੰਘ ਜੀ ਨਾਲ ਆਏ ਨੇ। ਬਿਲਕੁਲ। ਸੋ ਫਾਈਨਲੀ ਵੀਜ਼ਾ ਲੱਗ ਚੁੱਕਿਆ ਵਾ। ਕੈਨੇਡਾ ਦਾ ਜਾਣ ਦਾ ਸੁਪਨਾ ਜਿਹੜਾ ਵਾ ਆਲਮੋਸਟ ਪੂਰਾ ਹੋ ਚੁੱਕਿਆ। ਸਿਰਫ ਫਰਕ ਇਹ ਕਿ ਹੁਣ ਟਿਕਟ ਲੈਣੀ ਔਰ ਜਾਣਾ। ਸਭ ਤੋਂ ਪਹਿਲਾਂ ਤਾਂ ਰਮਨਪ੍ਰੀਤ ਮੁਬਾਰਕਬਾਦ। ਬਹੁਤ ਬਹੁਤ। ਕਿੱਥੋਂ ਬਿਲੋਂਗ ਕਰਦੇ ਤੁਸੀਂ? ਫਤਿਹਗੜ੍ਹ ਸਾਹਿਬ। ਲੈਂਡਮਾਰਕ ਦੇ ਬਾਰੇ ਕਿੱਦਾਂ ਪਤਾ ਲੱਗਿਆ ਸੀ? ਅੰਕਲ ਨੇ ਸੁਜੈਸਟ ਕੀਤਾ ਸੀ, ਕਹਿੰਦੇ ਕਿ ਲੈਂਡਮਾਰਕ ਇਮੀਗ੍ਰੇਸ਼ਨ ਇਜ਼ ਦ ਬੈਸਟ ਇਨ ਅੱਛਾ। ਤੇ ਉਹਨਾਂ ਦਾ ਐਕਸਪੀਰੀਅੰਸ ਸੀ ਪਹਿਲਾਂ? ਕੋਈ ਬੱਚੇ ਪੁੱਛੇ ਭੇਜੇ ਪਹਿਲਾਂ ਇੱਥੋਂ? ਮੇਰੇ ਫਰੈਂਡ ਦੇ ਐਕਸਪੀਰੀਅੰਸ ਸੀਗਾ। ਅੱਛਾ, ਉਹਨਾਂ ਦੇ ਫਰੈਂਡ ਦਾ ਐਕਸਪੀਰੀਅੰਸ ਇੱਥੇ ਹੀ ਸੀਗਾ। ਸੋ ਤੁਸੀਂ ਹੁਣ ਕਿਹੜੇ ਕਾਲਜ 'ਚ ਜਾ ਰਹੇ ਹੋ? ਨਾਰਥਰਨ ਕਾਲਜ ਟਿਮਿੰਸ ontario। ਟਿਮਿੰਸ ontario। ਤਾਂ ਟਿਮਿੰਸ ਪਤਾ ਕਿ RNIP ਦੇ ਅੰਦਰ ਆਉਂਦਾ ਹੈ? ਯੈਸ। ਤਾਂ ਮਤਲਬ PR ਨੂੰ ਪਹਿਲ ਰਹੇਗੀ ਤੁਹਾਡੀ, ਹੈ ਨਾ? ਸੋ ਬਹੁਤ ਵਧੀਆ ਗੱਲ ਹੈ। ਕਿਹੜਾ ਪ੍ਰੋਗਰਾਮ ਹੈ ਤੁਹਾਡਾ ਉੱਥੇ? ਕੰਪਿਊਟਰ ਇੰਜੀਨੀਅਰ ਟੈਕਨੀਸ਼ੀਅਨ। ਓਕੇ। ਤੇ ਇੱਥੇ ਇੰਡੀਆ 'ਚ ਕੀ ਕੁਆਲੀਫਿਕੇਸ਼ਨ ਸੀ ਰਾਜੇ ਤੇ? 12th ਸੀ। ਕਿੰਨੇ % ਦੇ ਨਾਲ? 65। ਗ੍ਰੇਟ। ਆਈਲੈਟਸ ਸਕੋਰ? 6 within not less than 5.5। 5.5 ਇੱਕ ਮੋਡਿਊਲ 'ਚ ਸੀਗਾ? ਕਿਹੜੇ ਮੋਡਿਊਲ 'ਚ ਸੀ? ਸਪੀਕਿੰਗ। ਕੋਈ ਮੈਸੇਜ ਉਹਨਾਂ ਬੱਚਿਆਂ ਵਾਸਤੇ ਜਿਹੜੇ 5.5 ਇੱਕ ਤੋਂ ਡਰਦੇ ਬਹੁਤ ਅਪਲਾਈ ਕਰਨ ਦੇ ਲਈ, ਉਹਨਾਂ ਨੂੰ ਅਪਲਾਈ ਕਰਨਾ ਚਾਹੀਦਾ? ਹਾਂਜੀ ਯੈਸ ਸਰ, ਅਪਲਾਈ ਕਰਨਾ ਚਾਹੀਦਾ, ਕਿਉਂਕਿ ਜੇ ਆਪਾਂ ਅਪਲਾਈ ਨਹੀਂ ਕਰਾਂਗੇ ਤਾਂ ਆਪਾਂ ਨੂੰ ਪਤਾ ਕਿਵੇਂ ਲੱਗੂਗਾ ਕਿ ਆਪਣਾ ਵੀਜ਼ਾ ਸਕਸੈਸ ਹੈ ਕਿ ਨਹੀਂ ਜਾਂ ਨਹੀਂ। ਬਿਲਕੁਲ। ਨਹੀਂ ਤਾਂ ਸਾਰੀ ਉਮਰ ਦੇ ਲਈ ਜ਼ਿੰਦਗੀ 'ਚ ਨਾ ਇੱਕ ਰਿਗਰੈਟ ਰਹਿ ਜਾਂਦਾ ਕਿ ਮੈਂ ਅਪਲਾਈ ਕਰ ਲੈਂਦਾ ਤਾਂ ਸ਼ਾਇਦ ਮੇਰਾ ਵੀਜ਼ਾ ਲੱਗ ਜਾਂਦਾ ਔਰ ਮੈਂ ਚਲਾ ਜਾਂਦਾ। ਸੋ ਰਮਨਪ੍ਰੀਤ ਨੇ ਅਪਲਾਈ ਕੀਤਾ, ਵੀਜ਼ਾ ਵੀ ਆ ਗਿਆ। ਸੋ ਫਾਈਨਲੀ ਬਾਹਰ ਜਾ ਰਹੇ ਨੇ। ਸੋ ਤੁਹਾਨੂੰ ਵੀ ਸਰ ਬਹੁਤ ਬਹੁਤ ਮੁਬਾਰਕਬਾਦ। ਤੁਸੀਂ ਵੀ ਬਹੁਤ ਐਫਰਟ ਕੀਤੇ ਹੋਣੇ ਬੱਚੇ ਲਈ, ਪੈਸੇ ਅਰੇਂਜ ਕਰਨੇ ਅੱਜ ਦੀ ਡੇਟ ਦੇ ਵਿੱਚ ਬਹੁਤ ਮੁਸ਼ਕਿਲ ਹੈ। ਸੋ ਉੱਥੇ ਤੁਸੀਂ ਵੀ ਕੀਤਾ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਤੇ ਤੁਸੀਂ ਸਾਨੂੰ ਚੁਣਿਆ ਲੈਂਡਮਾਰਕ ਇਮੀਗ੍ਰੇਸ਼ਨ ਨੂੰ। ਸੋ ਥੈਂਕ ਯੂ ਵੈਰੀ ਮਚ ਰਾਜੇ। ਸਤਿ ਸ਼੍ਰੀ ਅਕਾਲ ਜੀ। ਮੇਰੇ ਨਾਲ ਸਟੂਡੈਂਟ ਆ ਚੁੱਕੇ ਨੇ ਪਰਮਪ੍ਰੀਤ ਕੌਰ ਜੀ, ਔਰ ਬਿਲੋਂਗ ਕਰਦੇ ਨੇ ਜੀ ਇਹ ਕੁਰਾਲੀ ਤੋਂ, SAS ਨਗਰ ਤੋਂ। ਫਾਈਨਲੀ ਵੀਜ਼ਾ ਸਟੈਂਪ ਹੋ ਕੇ ਆ ਚੁੱਕਿਆ। ਸੋ ਫਸਟ ਆਫ ਆਲ ਕੰਗ੍ਰੈਚੁਲੇਟ ਕਰਨਾ ਚਾਹੂੰਗਾ ਰਾਜੇ ਤੁਹਾਡੇ ਪਾਸਪੋਰਟ ਦੇ ਨਾਲ। ਤੁਹਾਨੂੰ ਤੁਸੀਂ ਸਰ ਇਹ ਫੜ ਸਕਦੇ ਹੋ ਜੀ। ਸੋ ਮੈਂ ਇਹੀ 2-4 ਗੱਲਾਂ ਕਰਨਾ ਚਾਹੁੰਦਾ ਤੁਹਾਡੇ ਨਾਲ। ਫਸਟ ਆਫ ਆਲ ਕੀ ਪ੍ਰੋਫਾਈਲ ਸੀ ਪਰਮਪ੍ਰੀਤ ਇੰਡੀਆ ਦੇ ਵਿੱਚ? ਅਕੈਡਮਿਕ ਗੱਲ ਕਰਾਂ ਤਾਂ +2 12th ਕੀਤੀ ਸੀ। ਕਿਹੜੇ ਸਟਰੀਮ ਦੇ ਵਿੱਚ? ਨਾਨ ਮੈਡੀਕਲ। ਗ੍ਰੇਟ। ਕਿੰਨੇ % ਸੀ ਨੰਬਰ ਤੁਹਾਡੇ? 60। ਦੈਟਸ ਓਕੇ। ਔਰ ਤੁਹਾਡਾ ਆਈਲੈਟ ਸਕੋਰ ਕੀ ਸੀਗਾ? 6 ਓਵਰਆਲ ਸੀਗਾ? ਕਿਸੇ ਚੋਂ 5.5 ਤਾਂ ਨਹੀਂ ਸੀ? ਸਹੀ ਹੈ। ਕਿਹੜੇ ਮੋਡਿਊਲ ਚੋਂ? ਸਪੀਕਿੰਗ ਚੋਂ। ਤਾਂ ਹੀ ਹੌਲੀ ਹੌਲੀ ਬੋਲ ਰਹੀ ਹਾਂ। ਸਪੀਕਿੰਗ ਤੇਰੀ ਸਲੋ ਹੀ ਆ ਮੈਨੂੰ ਲੱਗਦਾ ਥੋੜੀ ਜਿਹੀ ਹੈ, ਤਾਂ ਹੀ 5.5 ਬੈਂਡ ਆਏ ਹੈ। ਸੋ ਬਟ ਕਿਤੇ ਨਾ ਕਿਤੇ ਡਰ ਸੀਗਾ ਕਿ 5.5 ਬੈਂਡ ਹੈ, ਤੇ ਕਿਤੇ ਕੋਈ ਡਰ ਤਾਂ ਨਹੀਂ ਸੀ? ਕਿਉਂਕਿ ਨਾਰਮਲ ਸਟੂਡੈਂਟ ਦੇਖਦੇ ਬਹੁਤ ਕਨਫਿਊਜ਼ ਹੁੰਦਾ ਹੈ। ਹਾਂਜੀ, ਥੋੜਾ ਜਿਹਾ ਸੀਗਾ ਕਿ ਹਾਂ ਸ਼ਾਇਦ ਕਿਤੇ ਵੀਜ਼ਾ ਰਿਫਿਊਜ਼ ਨਾ ਹੋ ਜਾਏ। ਸੋ ਫਾਈਨਲੀ ਆ ਚੁੱਕਿਆ। ਫਿਰ ਤੁਹਾਡੇ ਵੱਲੋਂ ਕੀ ਮੈਸੇਜ ਆ ਉਹਨਾਂ ਸਟੂਡੈਂਟ ਲਈ ਜਿਨ੍ਹਾਂ ਦੇ 5.5 ਬੈਂਡ ਹੈਗੇ ਨੇ ਔਰ ਸੋਚ ਰਹੇ ਨੇ ਹਲੇ? ਨਹੀਂ, ਉਹਨਾਂ ਨੂੰ ਅਪਲਾਈ ਕਰਨਾ ਚਾਹੀਦਾ ਹੈ ਕਿ ਹਾਂ ਮਤਲਬ ਕਿ ਹੈਗੀ ਹੈ, ਮਤਲਬ ਉਮੀਦ ਹੈ ਕਿ ਵੀਜ਼ਾ ਆ ਸਕਦਾ 5.5 ਬੈਂਡ। ਤੁਸੀਂ ਕਿਹੜੇ ਕਾਲਜ ਜਾ ਰਹੇ ਹੋ? ਕਾਂਸਟੇਬਲ। ਇਟਸ ਅ ਪਬਲਿਕ ਕਾਲਜ ਰਾਈਟ, ਸਰਕਾਰੀ ਕਾਲਜ। ਕਿਹੜੇ ਪ੍ਰੋਗਰਾਮ ਲਿਆ ਰਾਜੇ? ਇੰਟਰਨੈਸ਼ਨਲ ਬਿਜ਼ਨਸ। ਦੈਟਸ ਗ੍ਰੇਟ। ਸੋ ਮੈਂ ਇਹ ਪੁੱਛਣਾ ਚਾਹੂੰਗਾ ਕਿੱਦਾਂ ਲੈਂਡਮਾਰਕ ਇਮੀਗ੍ਰੇਸ਼ਨ ਨੂੰ ਕਿੱਦਾਂ ਲੱਭਿਆ? ਤੁਸੀਂ ਲੱਭਿਆ ਸੀ ਜਾਂ ਸਰ ਨੇ ਲੱਭਿਆ?
ਸਹੀ। ਕਿਸ ਤਰ੍ਹਾਂ ਪਤਾ ਲੱਗਿਆ ਸਰ ਤੁਹਾਨੂੰ ਲੈਂਡਮਾਰਕ ਇਮੀਗ੍ਰੇਸ਼ਨ ਬਾਰੇ? ਸਾਡੇ 3 ਬੱਚੇ ਆਲਰੇਡੀ ਜਾ ਚੁੱਕੇ ਤੁਹਾਡੇ ਥਰੂ, ਅੱਛਾ, ਬਿਨਾਂ ਕਿਸੇ ਪ੍ਰੋਬਲਮ ਦੇ। ਓਕੇ ਓਕੇ ਓਕੇ, ਤਾਂ ਹੀ ਫਿਰ ਇੱਕ ਟਰਸਟ ਬਣਿਆ ਹੋਇਆ ਵਾ। ਬਿਲਕੁਲ ਜੀ ਬਿਲਕੁਲ। ਅਸੀਂ ਤਾਂ ਨੈਕਸਟ ਟਾਈਮ ਵੀ ਹਰੇਕ ਨੂੰ ਇਹੀ ਕਹਿੰਦੇ ਬਿਨਾਂ ਕਿ ਸੋਚੇ ਸਮਝੇ ठीक है सर, जी जी जी, थैंक यू वेरी मच सर, थैंक यू, और बेस्ट ऑफ लक टू यू राजे, एंड जो भी सोच के जा रहे हो परमात्मा वो पूरी करे ना, थैंक यू वेरी मच। ਜੇਕਰ ਤੁਸੀਂ ਵੀ ਇਮੀਗ੍ਰੇਸ਼ਨ ਸਲਾਹਕਾਰ ਹੋ ਜਾਂ ਵੀਜ਼ਾ ਐਕਸਪਰਟ ਹੋ, ਤੁਸੀਂ ਵੀ ਸਾਡੇ ਸ਼ੋਅ ਦੇ ਵਿੱਚ ਪਾਰਟਿਸਿਪੇਟ ਕਰਨਾ ਚਾਹੁੰਦੇ ਹੋ ਤਾਂ ਸਾਨੂੰ ਕਾਲ ਕਰ ਸਕਦੇ ਹੋ। ਨੰਬਰ ਹੈ 9914400369। ਨੰਬਰ ਇੱਕ ਵਾਰ ਫਿਰ ਤੋਂ ਨੋਟ ਕਰ ਲਓ, 9914400369।